ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੱਟ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਇਸ ਸੈਗਮੈਂਟ ਦੇ ਵਿੱਚ ਮੇਰੇ ਨਾਲ ਦਿੱਲੀ ਤੋਂ ਖਾਸ ਤੌਰ ਤੇ ਸਾਡੇ ਸਪੈਸ਼ਲ ਮਹਿਮਾਨ ਹਰਤੋਸ਼ ਬਲ ਜੀ ਜੁੜਨਗੇ ਤੇ ਪੰਜਾਬ ਬਾਰੇ, ਬਿਹਾਰ ਦੀ ਇਲੈਕਸ਼ਨ ਬਾਰੇ ਤੇ ਜਿਹੜੀ ਹਿੰਦੁਸਤਾਨ ਦੀ ਪੋਲੀਟੀਕਲ ਇਨਵਾਇਰਨਮੈਂਟ ਇਸ ਬਾਰੇ ਬਣੀ ਹੋਈ ਆ ਉਸ ਬਾਰੇ ਚਰਚਾ ਕਰਾਂਗੇ। ਪਹਿਲਾਂ ਤਾਂ ਹਰਤੋਸ਼ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ ਜੀ, ਪਲੇਜ਼ਰ ਬੀਇੰਗ ਹੇਅਰ। ਬਲ ਸਾਹਿਬ, ਜੇ ਗੱਲ ਸ਼ੁਰੂ ਕੀਤੀ ਜਾਵੇ ਤਾਂ ਜਿਹੜੀ ਪੰਜਾਬ ਦੀ ਇਸ ਬਾਰੇ ਪੋਜੀਸ਼ਨ ਬਣੀ ਹੋਈ ਆ, ਕਾਫੀ ਨਾਜ਼ੁਕ ਜੀ ਸਥਿਤੀ ਬਣੀ ਹੋਈ ਆ, ਉਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਕਿਹੋ ਜਿਹੀ ਸਥਿਤੀ ਆ ਤੇ ਉਸ ਦੇ ਸੁਧਰਨ ਦੇ ਕੋਈ ਅਸਾਰ ਹਨ ਜਾਂ ਨਹੀਂ? ਦੇਖੋ ਜੀ, ਗੱਲ ਜਿੱਥੇ ਪੰਜਾਬ 'ਚ ਆ ਕੇ ਖੜੀ ਹੈਗੀ ਹੈ ਕਿ ਇਮੀਡੀਏਟ ਜਿਹੜੇ ਡੈਮੋਨਸਟ੍ਰੇਸ਼ਨ ਸੀਗੇ ਉਹ ਤੇ ਥੋੜੇ ਸ਼ਾਂਤ ਹੋ ਗਏ ਹੈਗੇ, ਪਰ ਲੋਕਾਂ ਦਾ ਰੋਸ਼ ਨਹੀਂ ਮੁੱਕਿਆ ਹੈਗਾ ਤੇ ਅੱਗੇ ਦੇ ਪ੍ਰੋਗਰਾਮ ਵੀ 25 ਨੂੰ ਭੋਗ ਤੇ ਐਲਾਨ ਹੋਏ ਸੀਗੇ। 2 ਦਿਨ ਦੇ ਬਾਅਦ ਚੀਫ ਮਿਨਿਸਟਰ ਬਾਦਲ ਦੇ ਕੋਠੀ ਦੇ ਉੱਤੇ ਮਾਰਚ ਹੈ। 1 ਤਰੀਕ ਨੂੰ ਨਵੰਬਰ ਦਿੱਲੀ ਦੇ ਮਾਰਚ ਦਾ ਪਲਾਨ ਹੈਗਾ ਹੈ। 11 ਤਰੀਕ ਇੱਕ ਸਰਬਤ ਖਾਲਸਾ ਬੁਲਾਇਆ ਗਿਆ ਹੈਗਾ ਹੈ ਤੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਹੁਣ ਇਹ ਜਿਹੜੀ ਪਪੂਲਰ ਰਿਜ਼ੈਂਟਮੈਂਟ ਹੈਗੀ ਹੈ ਇਹ ਅਕਾਲੀ ਦਲ ਕਿਸੇ ਐਡਮਿਨਿਸਟ੍ਰੇਟਿਵ ਜਾਂ ਪੁਲਿਸ ਮੇਜਰ ਨਾਲ ਕੰਟਰੋਲ ਕਰ ਸਕਦੀ ਹੈਗੀ। ਸਵਾਲ ਹੁਣ ਇਹ ਉੱਠਦਾ ਹੈਗਾ ਕਿ ਇਹ ਜਿਹੜੀ ਪਪੂਲਰ ਰਿਜ਼ੈਂਟਮੈਂਟ ਵੱਧ ਗਈ ਹੈਗੀ ਹੈ, ਇਹਨੂੰ ਕਿਸ ਤਰ੍ਹਾਂ ਦੀ ਲੀਡਰਸ਼ਿਪ ਮਿਲੂਗੀ। 25 ਤਰੀਕ ਦਾ ਜਿਹੜਾ ਫੰਕਸ਼ਨ ਹੋਇਆ ਸੀਗਾ ਉੱਥੇ ਕੁਝ ਹੱਦ ਤੱਕ ਸਾਂਝੀ ਲੀਡਰਸ਼ਿਪ ਸੀਗੀ। ਸਿਮਰਨਜੀਤ ਸਿੰਘ ਮਾਨ ਸੀਗਾ ਤੇ ਇੱਕ ਪਾਸੇ ਪ੍ਰਸ਼ਾਂਤ ਭੂਸ਼ਣ ਵੀ ਬੈਠੇ ਹੋਏ ਸੀ, ਧਰਮਵੀਰ ਗਾਂਧੀ ਵੀ ਸੀ, ਸੁਖਪਾਲ ਖਹਿਰਾ ਵੀ ਸੀਗਾ ਤੇ ਨਾਲ ਮੋਹਕਮ ਸਿੰਘ ਵੀ ਸੀਗਾ। ਪਰ ਇਹੋ ਜਿਹੀ ਸਾਂਝੀ ਲੀਡਰਸ਼ਿਪ ਜ਼ਿਆਦਾ ਦੇਰ ਪੰਜਾਬ 'ਚ ਨਾਲ ਨਹੀਂ ਚੱਲ ਸਕਦੀ ਹੈਗੀ। ਇਹ ਸਵਾਲ ਇਹ ਉੱਠਦਾ ਹੈਗਾ ਕਿ ਇਹ ਅਸੀਂ ਜਿਨ੍ਹਾਂ ਨੂੰ ਰੈਡੀਕਲਸ ਕਹਿੰਦੇ ਹੈਗੇ, ਇਹ ਪੂਰੀ ਰਿਲੀਜੀਅਸ ਮੂਵਮੈਂਟ ਹੋ ਜਾਊਗੀ ਜਾਂ ਇਹਦਾ ਕੋਈ ਨਾ ਕੋਈ ਸੈਕੂਲਰ ਕੈਰੈਕਟਰ ਰਹੂਗਾ, ਕਿਉਂਕਿ ਰੋਸ਼ ਜਿਹੜਾ ਹੈਗਾ ਉਹ ਸਿਰਫ ਰਿਲੀਜੀਅਸ ਨਹੀਂ ਹੈਗਾ, ਉਹ ਸਰਕਾਰ ਦੇ ਹਰ ਪਹਿਲੂ ਨਾਲ ਜੁੜਿਆ ਹੋਇਆ ਹੈਗਾ। ਅਗਰ ਇਹਨੂੰ ਰੈਡੀਕਲਸ ਹਾਈਜੈਕ ਕਰ ਲੈਂਦੇ ਹੈਗੇ ਇਸ ਮੂਵਮੈਂਟ ਨੂੰ ਤੇ ਇਹ ਮੂਵਮੈਂਟ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੀ ਹੈਗੀ ਹੈ। ਇਨਫੈਕਟ ਚੀਫ ਮਿਨਿਸਟਰ ਬਾਦਲ ਇਹੀ ਚਾਹੂਗਾ ਕਿ ਇਹ ਰੈਡੀਕਲਸ ਦੇ ਹੱਥ 'ਚ ਮੂਵਮੈਂਟ ਜਾਏ, ਇਹਦਾ ਪੂਰਾ ਦਾ ਪੂਰਾ ਰਿਲੀਜੀਅਸ ਤੌਰ ਤਰੀਕਾ ਰਹੇ। ਪਰ ਇਹ ਹੁਣ ਕਹਿਣਾ ਕਿ ਕਿਸ ਦੇ ਹੱਥ ਜਾਊਗੀ, ਕੋਈ ਚੰਗੀ ਲੀਡਰਸ਼ਿਪ ਹੈਗੀ ਹੈ ਜਿਸ ਮੂਵਮੈਂਟ ਨੂੰ ਅੱਗੇ ਲੈ ਜਾ ਸਕਦੀ ਹੈ, ਇਹ ਕਾਫੀ ਮੁਸ਼ਕਿਲ ਗੱਲ ਹੈਗੀ। ਮੈਨੂੰ ਲੱਗਦਾ ਅਗਲੇ 10-15 ਦਿਨ 'ਚ ਇਹ ਕਲੀਅਰ ਹੋਊਗਾ ਕਿ ਇਹ ਲੀਡਰਸ਼ਿਪ ਕਿਹੜੀ ਉਭਰੂਗੀ ਤੇ ਕਿੱਥੇ ਇਹ ਮੂਵਮੈਂਟ ਜਾਊਗੀ। ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਪਾਰਟੀਆਂ ਵੱਲੋਂ, ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਦੂਜੀਆਂ ਵੀ ਕਈ ਪੋਲੀਟੀਕਲ ਪਾਰਟੀਆਂ ਨੇ ਉਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ, ਕਿਤੇ ਨਾ ਕਿਤੇ ਇੱਕ ਧਾਰਮਿਕ ਪ੍ਰੋਬਲਮ ਨੂੰ ਜਾਂ ਧਾਰਮਿਕ ਦੇ ਨਾਲ ਰਾਜਨੀਤੀ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਤੁਸੀਂ ਦੱਸਿਆ ਵੀ ਰੈਡੀਕਲ ਜਿਹੜੇ ਉੱਥੇ ਸਾਂਝ ਆ, ਉਹਨਾਂ ਦੀ ਜਿਹੜੀ ਲੀਡਰਸ਼ਿਪ ਆ, ਜਿੰਨੇ ਲੋਕੀ ਇਕੱਠੇ ਹੋਏ ਸਨ ਉਹਨਾਂ ਨੂੰ ਲੀਡਰਸ਼ਿਪ ਦੀ ਘਾਟ ਤਾਂ ਜ਼ਰੂਰ ਆ। ਕਿ ਇਹ ਲੀਡਰਸ਼ਿਪ ਦਾ ਜਿਹੜਾ ਗੈਪ ਆ ਉਹ ਕੋਈ ਰਾਜਨੀਤਿਕ ਪਾਰਟੀ ਫਿਲ ਕਰ ਸਕਦੀ ਹੈ ਜਾਂ ਨਹੀਂ? ਦੇਖੋ ਜੀ, ਜਿਸ ਤਰ੍ਹਾਂ ਦੀ ਇਹ ਮੂਵਮੈਂਟ ਹੈਗੀ ਹੈ, ਇਹ ਕਲੀਅਰ ਹੋ ਗਿਆ ਹੈ ਕਿ ਹੁਣ ਚਾਹੇ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਚਾਹੇ ਨਾ ਚਾਹੇ ਅਮਰਿੰਦਰ ਸਿੰਘ ਪਾਰਟੀ ਨੂੰ ਲੀਡ ਕਰਨਗੇ ਤੇ ਇਹਦੇ ਨਾਲ ਕਾਂਗਰਸ ਨੂੰ ਥੋੜਾ ਫਾਇਦਾ ਹੁੰਦਾ ਹੈਗਾ, ਕਿਉਂਕਿ ਜਿਹੜੇ ਪੰਥਿਕ ਜਾਂ ਰੈਡੀਕਲ ਵਿਚਾਰ ਵਾਲੇ ਲੋਕ ਹੈ ਜਿਹੜੇ ਕਾਂਗਰਸ ਨੂੰ ਰਿਜੈਕਟ ਕਰਦੇ ਆ, ਉਹ ਤਦ ਵੀ ਅਮਰਿੰਦਰ ਸਿੰਘ ਨਾਲ ਕੰਫਰਟੇਬਲ ਹੈਗੇ। ਫੇਰ ਵੀ ਕਾਫੀ ਹੱਦ ਤੱਕ ਇਸ ਮੂਵਮੈਂਟ ਨੂੰ ਕਾਂਗਰਸ ਨਹੀਂ ਲੀਡ ਕਰ ਸਕਦੀ। ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਡਿਸਕ੍ਰੈਡਿਟ ਕੀਤਾ ਹੈਗਾ ਹੈ। ਭਗਵੰਤ ਮਾਨ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ, ਉਹਦੀ ਸੱਚਾਈ ਜੋ ਵੀ ਹੋਏ ਇਹ ਕਲੀਅਰ ਹੈਗਾ ਹੈ ਕਿ ਇਹ ਜਿਹੜੇ ਰੈਡੀਕਲ ਪੱਖੀ ਜਿਹੜੇ ਲੋਕ ਹੈਗੇ ਹੈ, ਇਹ ਭਗਵੰਤ ਮਾਨ ਜਾਂ ਹੁਣ ਆਪ ਦਾ ਜਿਹੜਾ ਧੜਾ ਬਚਿਆ ਹੋਇਆ ਇਨ ਪਾਰ ਹੈਗਾ ਹੈ, ਜਿਹੜਾ ਕੇਜਰੀਵਾਲ ਨਾਲ ਜੁੜਿਆ ਹੋਇਆ ਹੈ, ਉਹਦੀ ਕੋਈ ਪਪੂਲੈਰਿਟੀ ਨਹੀਂ ਹੈਗੀ ਇਹਨਾਂ 'ਚ। ਬਾਕੀ ਜਿਹੜਾ ਬ੍ਰੇਕਅਵੇ ਧੜਾ ਹੈਗਾ, ਅਸੀਂ ਕਹਿ ਲਈਏ ਧਰਮਵੀਰ ਗਾਂਧੀ ਜਾਂ ਪ੍ਰੋਫੈਸਰ ਦਲਜੀਤ ਸਿੰਘ, ਉਹ ਆਪਣੇ ਆਪ 'ਚ ਲੀਡਰਸ਼ਿਪ ਨਹੀਂ ਦੇ ਸਕਦੇ ਹੈਗੇ, ਇੱਕ ਕ੍ਰੈਡੀਬਿਲਿਟੀ ਲਾ ਸਕਦੇ ਹੈਗੇ। ਤੇ ਮੈਨੂੰ ਨਹੀਂ ਲੱਗਦਾ ਕਿ ਹੁਣੇ ਇਮੀਡੀਏਟਲੀ ਕੋਈ ਪੋਲੀਟੀਕਲ ਪਾਰਟੀ ਇਸ ਗੈਪ ਨੂੰ ਐਕਸਪਲੋਇਟ ਕਰ ਸਕਦੀ ਹੈ। ਇਸ ਕਰਕੇ ਕਿ ਇਹ ਸਵਾਲ ਬੜਾ ਇੰਪੋਰਟੈਂਟ ਹੈਗਾ ਕਿ ਕਿਹੋ ਜਿਹੀ ਲੀਡਰਸ਼ਿਪ ਸਾਹਮਣੇ ਆਊਗੀ, ਇਸ ਲੀਡਰਸ਼ਿਪ ਦਾ ਕੀ ਨੇਚਰ ਹੋਏਗਾ, ਇਸ ਲੀਡਰਸ਼ਿਪ ਦਾ ਕੀ ਪ੍ਰੋਗਰਾਮ ਹੋਊਗਾ। ਜਿਵੇਂ ਪੰਜਾਬ ਦੀ ਗੱਲ ਕੀਤੀ ਜਾਵੇ, ਕਾਫੀ ਮੁੱਦੇ ਰਹੇ ਨੇ। ਪਹਿਲਾਂ ਕਰਪਸ਼ਨ ਦਾ ਮੁੱਦਾ, ਉਸ ਤੋਂ ਬਾਅਦ ਡਰੱਗਸ ਦੀ ਪ੍ਰੋਬਲਮ, ਫਿਰ ਕਿਸਾਨਾਂ ਦਾ ਅੰਦੋਲਨ, ਥੋੜ੍ਹੇ ਸਮੇਂ ਬਾਅਦ ਉਹ ਅੰਦੋਲਨ ਵੀ, ਜਿਵੇਂ ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਅੰਦੋਲਨ ਵੀ ਸੀ, ਉਹਨਾਂ ਨੂੰ ਕਿਤੇ ਨਾ ਕਿਤੇ ਇਸ ਅੰਦੋਲਨ ਨੇ ਸੁਰਖੀਆਂ ਦੇ ਵਿੱਚੋਂ ਪਿੱਛੇ ਕਰ ਦਿੱਤਾ।
ਕਿ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਜਿਸ ਵਿੱਚ ਸਰਬੱਤ ਖਾਲਸਾ ਨੂੰ ਬੁਲਾਉਣ ਦੀ ਵੀ ਗੱਲ ਕੀਤੀ ਆ, ਕਿ ਉਸੇ ਤਰੀਕੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਉਸੇ ਤਰ੍ਹਾਂ ਹੀ ਹੈਂਡਲ ਕਰ ਲੈਣਗੇ ਜਿਵੇਂ ਉਹਨਾਂ ਨੇ ਪਿਛਲੀਆਂ 4-5 ਜਿਹੜੀਆਂ ਪ੍ਰੋਬਲਮਸ ਆਈਆਂ ਸੀ ਉਹਨਾਂ ਨੂੰ ਵੀ ਸੋਲਵ ਕੀਤਾ ਸੀ? ਦੇਖੋ ਜੀ, ਮੈਨੂੰ ਲੱਗਦਾ ਹੈਗਾ ਕਿ ਦੋ ਚੀਜ਼ਾਂ ਹੋਈਆਂ ਨੇ। ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਰਿਪਲੇਸ ਕਰਕੇ ਸੁਰੇਸ਼ ਅਰੋੜਾ ਨੂੰ ਲਾਇਆ ਗਿਆ ਹੈਗਾ। ਇਹ ਕਲੀਅਰ ਸਾਈਨ ਹੈਗਾ ਕਿ ਸਰਕਾਰ ਦਾ ਪੂਰੀ ਜਿਹੜੀ ਬਾਗਡੋਰ ਹੈਗੀ ਹੈ ਇਹ ਸੁਖਬੀਰ ਤੋਂ ਹਟਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਸਾਂਭੀ ਹੈਗੀ ਹੈ। ਸੁਮੇਧ ਸਿੰਘ ਸੈਣੀ ਪੂਰਾ ਹੀ ਸਰਕਾਰੀ ਇਨਫਲੂਐਂਸ ਆ ਕੇ ਇੱਕ ਪੱਖੀ ਕੰਮ ਕਰ ਰਿਹਾ ਸੀਗਾ। ਸੁਰੇਸ਼ ਅਰੋੜਾ ਇਨ ਕੰਪੈਰੀਜ਼ਨ ਕਾਫੀ ਸੁਲਝਿਆ ਹੋਇਆ ਪੁਲਿਸ ਅਫਸਰ ਹੈਗਾ। ਦੂਜੀ ਗੱਲ ਇਹ ਆਂਦੀ ਹੈਗੀ ਹੈ ਕਿ ਇਹ ਵੀ ਗੱਲ ਕਲੀਅਰ ਹੋ ਰਹੀ ਹੈਗੀ ਹੈ ਕਿ ਜਿਹੜੇ 5 ਜਥੇਦਾਰਾਂ ਨੇ ਮਾਫੀ ਦਿੱਤੀ ਸੀਗੀ ਸੱਚੇ ਸੌਦੇ ਦੇ ਡੇਰੇ ਦੇ ਰਾਮ ਰਹੀਮ ਸਿੰਘ ਨੂੰ, ਉਹਨਾਂ 'ਚ 2 ਜਾਂ 3 ਨੂੰ ਜ਼ਰੂਰ ਹਟਾਇਆ ਜਾਊਗਾ। ਮੈਨੂੰ ਇਹ ਸ਼ੱਕ ਹੈਗਾ ਕਿਉਂਕਿ ਮੈਂ 97-98 ਚ ਬਾਦਲ ਤੋੜਾ ਜਿਹੜੀ ਲੜਾਈ ਹੋਈ ਹੈ ਪੰਥ ਨੂੰ ਲੈ ਕੇ, ਜਿਹੜੀ ਲੜਾਈ ਹੋਈ ਹੈ ਅਕਾਲ ਤਖਤ ਦੇ ਮਸਲੇ ਨੂੰ ਲੈ ਕੇ ਲੜਾਈ ਹੋਈ ਹੈ, ਉੱਥੇ ਮੈਂ ਬਾਦਲ ਦਾ ਨੇਚਰ ਦੇਖਿਆ। ਮੈਨੂੰ ਲੱਗਦਾ ਹੈ ਬਾਦਲ ਇਸ ਐਕਸਟ੍ਰੀਮ ਤੱਕ ਵੀ ਜਾ ਸਕਦੇ ਹੈ ਕਿ ਅਕਾਲ ਤਖਤ ਤੇ ਸੱਦੇ ਜਾਣ ਬਾਦਲ, ਕਿਉਂਕਿ ਅਕਾਲ ਤਖਤ ਜੋ ਮਰਜ਼ੀ ਅਸੀਂ ਕਹੀਏ ਜਥੇਦਾਰ ਜਿਹੜੇ ਹੈਗੇ ਉਹ ਪੋਲੀਟੀਕਲ ਅਪਾਇੰਟੀਜ਼ ਹੈਗੇ, ਪੋਲੀਟੀਕਲ ਪਾਰਟੀ ਦੇ ਕੰਟਰੋਲ 'ਚ ਹੈਗੇ, ਕਿ ਬਾਦਲ ਉੱਥੇ ਜਾ ਕੇ ਮਾਫੀ ਵੀ ਮੰਗ ਸਕਦਾ ਹੈਗਾ ਹੈ। ਬੀੜ ਦੀ ਡੈਸਿਕ੍ਰੇਸ਼ਨ ਜਿਹੜੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈਗੀ ਹੈ, ਤੇ ਉਹ ਪੂਰੀ ਜਿਹੜੀ ਰਿਲੀਜੀਅਸ ਰੋਸ਼ ਹੈਗਾ ਉਹਨੂੰ ਕੰਟਰੋਲ ਕਰਨ ਦੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਕੋਸ਼ਿਸ਼ ਕਰਨੀ ਹੈਗੀ। ਦੂਜੇ ਪੱਖੋਂ ਪ੍ਰਕਾਸ਼ ਸਿੰਘ ਬਾਦਲ ਇਹ ਵੀ ਚਾਹੂਗਾ ਕਿ ਇਹ ਪੂਰਾ ਦਾ ਪੂਰਾ ਮੂਵਮੈਂਟ ਜਿਹੜੀ ਹੈਗੀ ਹੈ ਇਹਦੀ ਪੂਰੀ ਰਿਲੀਜੀਅਸ ਅਪੀਲ ਰਹੇ। ਜਿਸ ਤਰ੍ਹਾਂ ਤੁਸੀਂ ਕਿਹਾ ਔਰਬਿਟ ਬੱਸਾਂ ਦੇ ਖਿਲਾਫ ਜਿਹੜਾ ਰੋਸ਼ ਸੀਗਾ, ਕਿਸਾਨਾਂ ਦਾ ਰੋਸ਼ ਸੀਗਾ, ਇਹ ਰਿਲੀਜੀਅਸ ਰੋਸ਼ ਨਹੀਂ ਸੀਗਾ, ਇਹ ਪੂਰੇ ਪੰਜਾਬ ਦੇ ਲੋਕਾਂ ਦਾ ਰੋਸ਼ ਹੈਗਾ। ਤੇ ਅਗਰ ਬਾਦਲ ਜਾਂ ਅਕਾਲੀ ਦਲ ਦੇ ਖਿਲਾਫ ਆਪੋਜੀਸ਼ਨ, ਕੰਬਾਈਨਡ ਆਪੋਜੀਸ਼ਨ, ਸਟਰੋਂਗ ਆਪੋਜੀਸ਼ਨ ਰਹਿਣੀ ਹੈ ਤੇ ਇੱਕ ਰੋਸ਼ ਪੰਜਾਬੀ ਹੋਣਾ ਚਾਹੀਦਾ ਹੈ। ਇਸ ਕਰਕੇ ਅਗਰ ਤੁਸੀਂ ਇਹ ਟਰਮੀਨੋਲੋਜੀ ਦੇਖੋਗੇ ਕਿ ਸਰਬੱਤ ਖਾਲਸਾ ਆਲਰੇਡੀ ਇਹਦਾ ਇੱਕ ਰਿਲੀਜੀਅਸ ਰੰਗ ਰੂਪ ਦਿੱਤਾ ਜਾ ਰਿਹਾ ਹੈਗਾ, ਜਿਸ ਦੇ ਨਾਲ ਮੂਵਮੈਂਟ ਦਾ ਨੁਕਸਾਨ ਹੀ ਹੋਊਗਾ, ਤੇ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਹੈਗਾ ਕਿ ਇਸ ਪਾਸੇ ਮੂਵਮੈਂਟ ਜਾਏ। ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਅੱਜ ਇੱਕ ਨਿਊਜ਼ ਹੋਰ ਆ ਰਹੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿ ਹਰਿਆਣੇ ਦੇ ਪੁਰਾਣੇ ਮੁੱਖ ਮੰਤਰੀ ਹੁੰਦੇ ਸਨ ਓਮ ਪ੍ਰਕਾਸ਼ ਚੌਟਾਲਾ ਜੀ, ਉਹਨਾਂ ਨੂੰ ਦਿੱਲੀ ਤੋਂ ਬਠਿੰਡੇ ਨੂੰ ਬਦਲਾਉਣ ਲਈ, ਬਠਿੰਡਾ ਜੇਲ੍ਹ ਦੇ ਵਿੱਚ ਲਿਜਾਣ ਲਈ ਕਾਫੀ ਆਮ ਆਦਮੀ ਪਾਰਟੀ ਦੇ ਨਾਲ ਮੀਟਿੰਗਾਂ ਕੀਤੀਆਂ ਸਨ। ਅੱਜ ਉਸ ਦਾ ਇੱਕ ਜਿਹੜੀ ਸੁਰਖੀ ਆ ਰਹੀ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਨੇ ਇੱਕ ਦੂਜੇ ਉੱਤੇ ਕਾਫੀ ਸੀਰੀਅਸ ਐਲੀਗੇਸ਼ਨ ਲਾਏ ਨੇ ਕਿ ਇੱਕ ਦੋਸ਼ੀ ਨੂੰ ਕਿਵੇਂ ਪੈਰੋਲ ਤੇ ਛੱਡਿਆ ਜਾਵੇ। ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਮੈਂ ਖਾਸ ਕਰਕੇ ਇਹ ਐਲੀਗੇਸ਼ਨਸ ਬਾਰੇ ਮੈਂ ਆਪ ਹੁਣੇ ਨਿਊਜ਼ ਆਈ ਹੈਗੀ, ਇਹਦੇ ਬਾਰੇ ਸੁਣਿਆ ਹੈਗਾ, ਇਹਦੇ 'ਚ ਕਿੰਨੀ ਸੱਚਾਈ ਹੈਗੀ ਹੈ ਹੁਣੇ ਮੈਨੂੰ ਕਹਿਣਾ ਔਖਾ ਹੋਊਗਾ ਕਿਉਂਕਿ ਮੈਂ ਆਪ ਲੋਕਾਂ ਨਾਲ ਗੱਲ ਨਹੀਂ ਕੀਤੀ ਹੈਗੀ, ਇਹਦੇ ਬਾਰੇ ਜਿਹੜੇ ਸਬੂਤ ਹੈਗੇ ਸਾਹਮਣੇ ਨਹੀਂ ਆਏ ਹੈਗੇ, ਤੇ ਮੈਂ ਕਲੀਅਰਲੀ ਇਹਦੇ ਬਾਰੇ ਹੁਣੇ ਕੁਝ ਨਹੀਂ ਕਹਿ ਸਕਦਾ। ਓਕੇ, ਪਰ ਜਿਹੜਾ ਸਵਾਲ ਸੀ ਮੇਰਾ ਕਿ ਪਿਛਲੇ ਕੁਝ ਸਮੇਂ ਪਹਿਲਾਂ ਅਪ੍ਰੈਲ ਦੀ ਗੱਲ ਆਈ ਆ ਕਿ ਉਸ ਵੇਲੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਵੇਂ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਨੂੰ ਦਿੱਲੀ ਤੋਂ ਪੰਜਾਬ ਟਰਾਂਸਫਰ ਕੀਤਾ ਗਿਆ, ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਉਸ ਵੇਲੇ ਮੁਲਾਕਾਤ ਹੋਈ ਸੀ। ਕੀ ਉਸ ਵੇਲੇ ਇਹ ਸ਼ੱਕ ਕੀਤਾ ਜਾ ਸਕਦਾ ਕਿ ਉਸ ਵੇਲੇ ਇਹ ਟ੍ਰੇਡਿੰਗ ਕੀਤਾ ਜਾਵੇ ਕਿ ਜੇ ਤੁਸੀਂ ਬੰਦੀ ਸਿੰਘਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਟਰਾਂਸਫਰ ਕਰਨਾ ਤਾਂ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਦਿੱਲੀ ਤੋਂ ਬਠਿੰਡੇ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ? ਜਿਹੜੀ ਹੈਗੀਆਂ ਨੇ ਇਹ ਸਰਮਾਈਜ਼ ਜਾਂ ਜੋ ਕੁਝ ਹੋ ਰਿਹਾ ਹੈ ਉਹਦੇ ਬੇਸਿਸ ਤੇ ਹੈਗੀ ਹੈ। ਮੈਨੂੰ ਨਹੀਂ ਲੱਗਦਾ ਕਿ ਆਪ ਤੇ ਬਾਦਲ ਦੇ ਵਿੱਚ ਅੰਡਰਸਟੈਂਡਿੰਗ ਦੀ ਕੋਈ ਬਾਸਕਟਬਾਲ ਖਿਡਾਰੀ ਸਤਨਾਮ ਪੋਸਿਬਿਲਿਟੀ ਹੈਗੀ। ਜਿੱਥੇ ਵੀ ਜੋ ਮਰਜ਼ੀ ਹੋਏ ਕਿਤੇ ਟੈਕਟੀਕਲ ਇਹ ਚੀਜ਼ਾਂ ਤੇ ਕੋਈ ਗੱਲਬਾਤ ਹੋ ਜਾਏ, ਪਰ ਇਹ ਜਿਹੜੀ ਬੀਜੇਪੀ ਅਕਾਲੀ ਦਲ ਦੀ ਅਲਾਈਅੰਸ ਹੈ ਇੱਕ ਮਜਬੂਰੀ ਦੀ ਅਲਾਈਅੰਸ ਹੈਗੀ ਹੈ ਤੇ ਇਹ ਆਪ ਨਾਲ ਨਹੀਂ ਚੱਲ ਸਕਦੀ ਹੈ। ਬੀਜੇਪੀ ਅਕਾਲੀ ਦਲ ਆਪਣੇ ਆਪ ਨੂੰ ਚਾਹਣ ਨਾ ਚਾਹਣ ਲੋਕਲ ਲੈਵਲ ਤੇ ਇਹ ਅਲਾਈਅੰਸ ਨਾਲ ਰਹੂਗੀ ਟਿਲ ਦੀ ਇਲੈਕਸ਼ਨ। ਤੇ ਮੈਨੂੰ ਲੱਗਦਾ ਹੈ ਜਿਹੜਾ ਬੇਸਿਕ ਗਰਾਊਂਡ ਲੌਜਿਕ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਹੈਗਾ। ਇਸ ਗਰਾਊਂਡ ਲੌਜਿਕ 'ਚ ਬੀਜੇਪੀ ਆਪ ਤੇ ਅਕਾਲੀ ਦਲ ਦੇ ਵਿੱਚ ਅੰਡਰਸਟੈਂਡਿੰਗ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਪੋਸਿਬਿਲਿਟੀ ਹੈਗੀ। ਹੁਣ ਗੱਲਬਾਤ ਕਰਦੇ ਹਾਂ ਬਿਹਾਰ ਇਲੈਕਸ਼ਨਸ ਦੀ। ਬਿਹਾਰ ਇਲੈਕਸ਼ਨ ਦੇ ਵਿੱਚ ਹਾਲਾਂਕਿ ਕਾਫੀ ਦੋ ਡੇਟ ਦੀ ਹਜੇ ਇਲੈਕਸ਼ਨ ਬਚੀ ਵੀ ਆ, 3 ਡੇਟ ਦੇ ਇਲੈਕਸ਼ਨ ਹੋ ਚੁੱਕੇ ਨੇ। ਉੱਥੋਂ ਦੀ ਇਲੈਕਸ਼ਨ ਬਾਰੇ ਕੀ ਚਾਨਣਾ ਪਾਉਣਾ ਚਾਹੋਗੇ? ਦੇਖੋ ਜੀ, ਜਿੱਥੇ
ਬਿਹਾਰ ਇਲੈਕਸ਼ਨ 'ਚ ਹੈਗਾ ਹੈ। ਇੱਕ ਤੇ ਇਹ ਕਹਿ ਸਕਦੇ ਹੈਗੇ ਜਿਹੜੇ ਗਰਾਊਂਡ ਲੈਵਲ ਤੋਂ ਜਿਹੜੀ ਰਿਪੋਰਟਾਂ ਆ ਰਹੀ ਹੈਗੀ, ਇਹਨੂੰ ਕਦੇ ਪੂਰੀ ਤਰ੍ਹਾਂ ਰਿਲਾਏ ਨਹੀਂ ਕੀਤਾ ਜਾ ਸਕਦਾ, ਬਟ ਇੱਕ ਇੰਡੀਕੇਸ਼ਨ ਆ ਰਹੀ ਹੈ ਕਿ ਮਾਹੌਲ ਥੋੜਾ ਬਦਲਿਆ ਹੋਇਆ ਹੈ। ਜਿਹੜਾ ਇੱਕ ਪਾਸੇ ਪਹਿਲਾਂ ਸ਼ੁਰੂ 'ਚ ਕਿਹਾ ਜਾ ਰਿਹਾ ਸੀਗਾ ਬੀਜੇਪੀ ਅੱਗੇ ਹੈਗੀ ਹੈ, ਕਾਂਟੇ ਦੀ ਟੱਕਰ ਹੈਗੀ ਹੈ, ਹੁਣ ਆਵਾਜ਼ ਇਹ ਉੱਠ ਕੇ ਆ ਰਹੀ ਹੈਗੀ ਹੈ ਕਿ ਜਿਹੜਾ ਨਿਤੀਸ਼ ਲਾਲੂ ਦਾ ਕੰਬਾਈਨ ਹੈਗਾ ਹੈ ਅੱਗੇ ਚੱਲ ਰਿਹਾ ਹੈਗਾ। ਇਹਦੇ ਕਈ ਅੰਦੇਸ਼ੇ ਹੈਗੇ ਹੈ, ਮੋਦੀ ਨੂੰ ਪੋਸਟਰ ਤੋਂ ਹਟਾ ਕੇ ਲੋਕਲ ਲੀਡਰਸ ਨੂੰ ਉੱਥੇ ਲਾਇਆ ਗਿਆ ਹੈਗਾ। ਅੱਜ ਤੁਸੀਂ ਅਮਿਤ ਸ਼ਾਹ ਦਾ ਅੱਜ ਦਾ ਸਟੇਟਮੈਂਟ ਸੁਣੋ ਕਿ ਅਗਰ ਬੀਜੇਪੀ ਬਿਹਾਰ 'ਚ ਹਾਰਦੀ ਹੈਗੀ ਹੈ ਤੇ ਪੰਜਾਬ ਪਾਕਿਸਤਾਨ 'ਚ ਟੈਰਰਿਸਟ ਪਟਾਕੇ ਫੋੜਨਗੇ, ਸੈਲੀਬ੍ਰੇਟ ਕਰਨਗੇ। ਮੈਨੂੰ ਲੱਗਦਾ ਹੈਗਾ ਇਹ ਸਟੇਟਮੈਂਟ ਵੀ ਦਰਸਾਉਂਦਾ ਹੈਗਾ ਕਿ ਬੀਜੇਪੀ 'ਚ ਇੱਕ ਡੈਸਪਰੇਸ਼ਨ ਆ ਗਈ ਹੈ। ਜਿਹੜੀ ਲੈਂਗੁਏਜ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈਗਾ, ਕਦੇ ਮੋਦੀ 3 ਇਡੀਅਟਸ ਦੀ ਗੱਲ ਕਰਦਾ ਹੈਗਾ, ਕਦੇ ਅਮਿਤ ਸ਼ਾਹ ਪਾਕਿਸਤਾਨ ਦੇ ਸੈਲੀਬ੍ਰੇਸ਼ਨ ਦੀ ਗੱਲ ਕਰ ਰਿਹਾ ਹੈਗਾ। ਇਹ ਅੰਦੇਸ਼ਾ ਹੈਗਾ ਕਿ ਜ਼ਮੀਨੀ ਤੌਰ ਤੇ ਕੁਝ ਚੇਂਜ ਆਇਆ ਹੈਗਾ ਤੇ ਉਹ ਹਵਾ ਬੀਜੇਪੀ ਦੇ ਖਿਲਾਫ ਚੱਲ ਰਹੀ ਹੈਗੀ। ਕਿਸੇ ਵੀ ਇਲੈਕਸ਼ਨ 'ਚ ਇਹ ਚੀਜ਼ ਪੱਕੀ ਤੌਰ ਤੇ ਕਹਿਣਾ ਮੁਸ਼ਕਿਲ ਹੈਗਾ, ਪਰ ਹੁਣੇ ਇੰਡੀਕੇਸ਼ਨ ਲੱਗ ਰਹੇ ਹੈਗੇ ਕਿ ਬੀਜੇਪੀ 'ਚ ਕੁਝ ਹੱਦ ਤਾਈਂ ਡੈਸਪਰੇਸ਼ਨ ਸਾਹਮਣੇ ਆ ਰਹੀ। ਪਰ ਜੇ ਗੱਲ ਕੀਤੀ ਜਾਵੇ ਮੁਸਲਮਾਨ ਜਿਹੜੀਆਂ ਵੋਟਾਂ ਨੇ, ਮੁਸਲਿਮ ਵੋਟਸ ਦੀ ਗੱਲ ਕੀਤੀ ਜਾਵੇ, ਅਸੀਂ ਸਾਰੇ ਜਾਣਦੇ ਹਾਂ ਕਿ ਆਸੂਦੀਨ ਓਵੈਸੀ ਵੀ ਉੱਥੇ ਗਏ ਹੋਏ ਨੇ, ਕਾਂਗਰਸ ਵੱਲੋਂ ਗੁਲਾਮ ਨਬੀ ਆਜ਼ਾਦ ਉੱਥੇ ਪ੍ਰਚਾਰ ਕਰ ਰਹੇ ਨੇ, ਕਾਫੀ ਭਰਮਾਉਣ ਦੀ, ਮੁਸਲਿਮ ਵੋਟ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਇੰਨੇ ਲੋਕਾਂ ਤੋਂ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਜਿਹੜੀ ਡਿਵੀਜ਼ਨ ਮੁਸਲਮਾਨ ਜਿਹੜੀ ਵੋਟ ਦੇ ਵਿੱਚ ਹੋਊਗਾ, ਕਿਤੇ ਨਾ ਕਿਤੇ ਉਸ ਦਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਜਾਂ ਨਹੀਂ? ਜੀ ਮੈਨੂੰ ਨਹੀਂ ਲੱਗਦਾ। ਦੇਖੋ ਬਾਕੀ ਸਟੇਟ 'ਚ ਤੁਸੀਂ ਚਾਹੇ ਮੁਲਾਇਮ ਸਿੰਘ ਨੂੰ ਲੈ ਲਓ ਜਾਂ ਮਹਾਰਾਸ਼ਟਰ ਸ਼ਰਦ ਪਵਾਰ ਨੂੰ ਲੈ ਲਓ, ਇਹਨਾਂ ਦਾ ਰਿਕਾਰਡ ਬੜਾ ਓਪਰਚੁਨਿਸਟਿਕ ਰਿਹਾ ਹੈਗਾ। ਪਰ ਲਾਲੂ ਪ੍ਰਸਾਦ ਯਾਦਵ ਬਾਰੇ ਅਸੀਂ ਜੋ ਵੀ ਕ੍ਰਿਟਿਸਿਜ਼ਮ ਕਰੀਏ, ਇੱਕ ਪੱਖੋਂ ਉਹ ਹਮੇਸ਼ਾ ਪੱਕਾ ਰਿਹਾ ਹੈਗਾ। ਉਹਨੇ ਚਾਹੇ ਡਿਵੈਲਪਮੈਂਟ ਤੌਰ ਤੇ ਕਿਸੇ ਦਾ ਫਾਇਦਾ ਨਾ ਪਹੁੰਚਾਇਆ ਹੋਵੇ, ਚਾਹੇ ਯਾਦਵ ਹੋਣ ਚਾਹੇ ਮੁਸਲਮਾਨ ਹੋਣ, ਪਰ ਉਹਨੇ ਮਾਈਨੋਰਿਟੀ ਪ੍ਰੋਟੈਕਸ਼ਨ ਤੇ ਮਾਈਨੋਰਿਟੀ ਦੇ ਹੱਕਾਂ ਬਾਰੇ ਕਦੇ ਕੰਪਰੋਮਾਈਜ਼ ਨਹੀਂ ਕੀਤੀ ਹੈਗੀ। ਤੇ ਬਿਹਾਰ ਦੇ ਮੁਸਲਮਾਨਾਂ ਨੂੰ ਇਸ ਗੱਲ ਤੇ ਕਾਫੀ ਤੌਰ ਤੇ ਯਕੀਨ ਹੈਗਾ। ਓਬਾਸੀ ਦਾ ਅਸਰ 1 ਜਾਂ 2 ਸੀਟਾਂ ਤੇ ਪਾਊਗਾ। ਕਾਂਗਰਸ ਆਲਰੇਡੀ ਇਹਨਾਂ ਨੂੰ ਸਪੋਰਟ ਕਰ ਰਹੀ ਹੈਗੀ ਹੈ। ਮੈਨੂੰ ਨਹੀਂ ਲੱਗਦਾ ਹੈਗਾ ਕਿ ਬਿਹਾਰ 'ਚ ਮੁਸਲਿਮ ਵੋਟ ਦੀ ਡਿਵੀਜ਼ਨ ਦੀ ਕੋਈ ਪੋਸਿਬਿਲਿਟੀ ਰਹਿ ਗਈ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਅਮਿਤ ਸ਼ਾਹ ਜੀ ਦਾ ਜਿਹੜਾ ਬਿਆਨ ਆਇਆ, ਉਹਨਾਂ ਨੇ ਪਾਕਿਸਤਾਨ ਨੂੰ ਵੀ ਬਿਹਾਰ ਇਲੈਕਸ਼ਨ ਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਅਗਲੇ 2 ਗੇੜ ਨੇ ਉਹ ਡੈਸਪਰੇਸ਼ਨ ਦੇ ਵਿੱਚ ਜਿਹੜੀ ਅਸੀਂ ਕਾਸਟ ਤੇ ਧਰਮ ਦੀ ਰਾਜਨੀਤੀ ਕਰਦੇ ਹਾਂ, ਉਸ ਦੀ ਜਿਹੜੀ ਹੋਂਦ ਆ ਉਹ ਕਾਫੀ ਉੱਭਰਨ ਦੀ ਉਮੀਦ ਆ। ਪਾਰਟੀ ਕੋਈ ਵੀ ਹੋਵੇ ਕਿ ਬੀਜੇਪੀ ਵੱਲੋਂ ਜੋ ਅਮਿਤ ਸ਼ਾਹ ਉੱਥੇ ਪ੍ਰਚਾਰ ਕਰ ਰਹੇ ਨੇ ਕਾਫੀ ਡੈਸਪਰੇਟ ਹੋ ਜਾਣਗੇ। ਕੀ ਉਸ ਦਾ ਜਵਾਬ ਨਿਤਿਸ਼ ਕੁਮਾਰ ਜਾਂ ਲਾਲੂ ਪ੍ਰਕਾਸ਼ ਯਾਦਵ ਦੋਨੇ ਦੇ ਸਕਦੇ ਨੇ ਜਾਂ ਨਹੀਂ? ਦੇਖੋ ਜੀ, ਇਹ ਜਿਹੜਾ ਅਮਿਤ ਸ਼ਾਹ ਦਾ ਪ੍ਰਚਾਰ ਹੈਗਾ, ਹੋ ਸਕਦਾ ਹੈ ਓਵੈਸੀ ਵੀ ਕੋਈ ਕੱਟੜਪੰਥੀ ਪ੍ਰਚਾਰ ਕਰੇ ਜਿਹਦੇ ਨਾਲ ਹਿੰਦੂ ਕੰਸੋਲੀਡੇਸ਼ਨ ਦੀ ਕੋਸ਼ਿਸ਼ ਹੋਏ, ਪਰ ਬਾਰ-ਬਾਰ ਬੀਜੇਪੀ ਜਿਹੜਾ ਆਪਣਾ ਪ੍ਰਚਾਰ ਬਦਲ ਰਿਹਾ ਹੈ। ਕਾਸਟ ਤੇ ਗਲਤੀ ਹੋ ਗਈ ਹੈਗੀ। ਮੋਹਨ ਭਾਗਵਤ ਨੇ ਰਿਜ਼ਰਵੇਸ਼ਨਸ ਬਾਰੇ ਸਵਾਲ ਉਠਾ ਲਿਆ। ਦਲਿਤਾਂ ਨੂੰ ਲੈ ਕੇ ਜਿਹੜਾ ਦਿੱਲੀ 'ਚ ਇਨਸੀਡੈਂਟ ਹੋਇਆ, ਜਿੱਥੇ ਵੀਕੇ ਸਿੰਘ ਦਾ ਬਿਆਨ ਆਇਆ ਹੈਗਾ ਕਿ ਅਗਰ ਕਿਸੇ ਕੁੱਤੇ ਨੂੰ ਪੱਥਰ ਪੈ ਜਾਣ ਤੇ ਸਰਕਾਰ ਕੀ ਕਰ ਸਕਦੀ ਹੈਗੀ ਹੈ। ਇਹ ਸਾਰੀ ਚੀਜ਼ਾਂ ਨੂੰ ਅਗਰ ਤੁਸੀਂ ਦੇਖੋ ਤੇ ਸਿਰਫ ਇੱਕ ਪੱਖੇ ਇਹ ਨਹੀਂ ਦੇਖਿਆ ਜਾ ਸਕਦਾ ਹੈਗਾ ਕਿ ਸਿਰਫ ਉਹਨਾਂ ਨੇ ਕਮਿਊਨਲਾਈਜੇਸ਼ਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਤਰਫੋਂ ਹੁਣ ਕੋਈ ਕਲੀਅਰ ਮੈਸੇਜਿੰਗ ਨਹੀਂ ਹੋ ਰਹੀ ਹੈ। ਕਿਤੇ ਉਹ ਦਲਿਤਾਂ ਦੇ ਬਾਰੇ ਕੁਝ ਸਵਾਲ ਉਠਾ ਰਹੇ, ਕਿਤੇ ਉਹ ਮੁਸਲਮਾਨਾਂ ਦੇ ਬਾਰੇ ਸਵਾਲ ਉਠਾ ਰਹੇ ਹੈਗੇ, ਕਿਤੇ ਨਿਤੀਸ਼ ਤੇ ਲਾਲੂ ਬਾਰੇ ਪਰਸਨਲੀ ਸਵਾਲ ਉਠਾ ਰਹੇ ਹੈਗੇ। ਇਹ ਸਾਰੇ ਸਾਈਨਸ ਹੈਗੇ, ਖਾਸ ਕਰਕੇ ਅਮਿਤ ਸ਼ਾਹ ਦਾ ਸਟੇਟਮੈਂਟ ਡੈਸਪਰੇਸ਼ਨ ਦੇ ਹੈਗੇ, ਕਿਉਂਕਿ ਸਭ ਤੋਂ ਜ਼ਿਆਦਾ ਅਗਰ ਕਿਸੇ ਨੂੰ ਆਪਣੀ ਪੋਜੀਸ਼ਨ ਦਾ ਇਸ ਇਲੈਕਸ਼ਨ ਦੇ ਬਾਅਦ ਖਤਰਾ ਹੈਗਾ ਤੇ ਉਹ ਅਮਿਤ ਸ਼ਾਹ ਦਾ ਹੈਗਾ। ਅਗਰ ਇਹ ਦਿੱਲੀ ਦੇ ਬਾਅਦ ਬਿਹਾਰ ਇਲੈਕਸ਼ਨ ਵੀ ਅਗਰ ਬੀਜੇਪੀ ਹਾਰਦੀ ਹੈਗੀ ਹੈ ਤੇ ਅਮਿਤ ਸ਼ਾਹ ਦੀ ਪੋਜੀਸ਼ਨ ਸਭ ਤੋਂ ਪਹਿਲਾਂ ਥ੍ਰੈਟਨ ਹੋਏਗੀ ਐਜ਼ ਬੀਜੇਪੀ ਪ੍ਰੈਜ਼ੀਡੈਂਟ। ਤੇ ਮੈਨੂੰ ਲੱਗਦਾ ਹੈਗਾ ਇਹ ਐਕਟ ਆਫ ਡੈਸਪਰੇਸ਼ਨ ਹੈਗਾ ਅਮਿਤ ਸ਼ਾਹ ਦਾ। ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਦਿੱਲੀ ਇਲੈਕਸ਼ਨ ਦੇ ਵਿੱਚ ਭਾਜਪਾ ਨੂੰ ਕਾਫੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਬਿਹਾਰ ਦੇ ਇਲੈਕਸ਼ਨ ਹੋ ਰਹੇ ਨੇ, ਉਸ ਤੋਂ ਬਾਅਦ ਤਾਮਿਲਨਾਡੂ, ਫਿਰ ਵੈਸਟ ਬੰਗਾਲ, ਫਿਰ ਉਸ ਤੋਂ ਬਾਅਦ ਯੂਪੀ ਦੇ ਇਲੈਕਸ਼ਨ, ਉਸ ਤੋਂ ਬਾਅਦ ਪੰਜਾਬ ਦੇ ਇਲੈਕਸ਼ਨ। ਕਿੰਨਾ ਇੰਪੋਰਟੈਂਟ ਆ ਬੀਜੇਪੀ ਨੂੰ ਬਿਹਾਰ ਦੇ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਨੀ? ਕਿਉਂਕਿ ਰਾਜ ਸਭਾ ਦੇ ਵਿੱਚ ਸੀਟਾਂ ਚਾਹੀਦੀਆਂ ਨੇ ਤੇ ਬਿਹਾਰ ਦੇ ਵਿੱਚ ਜਿੱਤਣਾ ਪਊਗਾ। ਜਿੰਨੇ ਬਿੱਲ ਲੈ ਕੇ ਆਉਂਦੇ ਨੇ ਕਿਤੇ ਨਾ ਕਿਤੇ ਅੱਪਰ ਹਾਊਸ ਦੇ ਵਿੱਚ
ਉਹਨਾਂ ਨੂੰ ਮੈਜੋਰਟੀ ਨਾ ਹੋਣ ਕਰਕੇ ਕਾਫੀ ਨੁਕਸਾਨ ਭਰਨਾ ਪੈਂਦਾ। ਮੇਰਾ ਸਵਾਲ ਸਿਰਫ ਇੰਨਾ ਹੀ ਆ ਕਿ ਬੀਜੇਪੀ ਦੇ ਲਈ ਕਿੰਨਾ ਕੁ ਕੁਛ ਦਾਅ ਦੇ ਉੱਤੇ ਆ ਕਿ ਬਿਹਾਰ ਦੇ ਇਲੈਕਸ਼ਨ ਜਿੱਤਣੇ ਬਹੁਤ ਜ਼ਰੂਰੀ ਨੇ। ਦੇਖੋ ਜੀ, ਇਹ ਬਿਹਾਰ ਇਲੈਕਸ਼ਨ ਬੀਜੇਪੀ ਲਈ ਬਹੁਤ ਜ਼ਰੂਰੀ ਹੈਗਾ। ਇਹ ਇਲੈਕਸ਼ਨ ਅਗਰ ਬੀਜੇਪੀ ਹਾਰਦੀ ਹੈਗੀ ਹੈ ਤੇ ਫਰੋਮ ਹੀਅਰ ਔਨ ਮੋਦੀ ਦਾ ਹਨੀਮੂਨ ਓਵਰ ਹੋ ਗਿਆ ਹੈ, ਸਰਕਾਰ ਲਈ ਡਾਊਨਹਿਲ ਪੀਰੀਅਡ ਸ਼ੁਰੂ ਹੋ ਗਿਆ ਹੈਗਾ। ਸਿਰਫ ਰਾਜ ਸਭਾ ਦੀ ਗੱਲ ਨਹੀਂ ਹੈਗੀ ਹੈ, ਇੱਕ ਆਪੋਜੀਸ਼ਨ, ਕੰਬਾਈਨਡ ਆਪੋਜੀਸ਼ਨ ਇਸ ਇਲੈਕਸ਼ਨ ਦੇ ਬਾਅਦ ਖੜੀ ਹੋ ਜਾਊਗੀ ਅਗਰ ਬੀਜੇਪੀ ਬਿਹਾਰ ਹਾਰਦੀ ਹੈ। ਇਹ ਆਪੋਜੀਸ਼ਨ ਸਿਰਫ ਸਟੇਟ ਬਾय ਸਟੇਟ ਇਲੈਕਸ਼ਨ ਲੜਨ ਚ ਨਹੀਂ ਕੰਮ ਆਊਗੀ, ਲੈਜਿਸਲੇਟਿਵ ਸਿਰਫ ਰਾਜ ਸਭਾ ਨਹੀਂ, ਲੋਕ ਸਭਾ ਚ ਵੀ obstruction ਹੋਊਗੀ। ਬੀਜੇਪੀ ਦਾ ਲੈਜਿਸਲੇਟਿਵ ਏਜੰਡਾ ਇੱਕਦਮ ਰੁਕ ਜਾਊਗਾ, ਕਿਸੇ ਵੀ ਤਰ੍ਹਾਂ ਦੀ ਆਪੋਜੀਸ਼ਨ ਦੀ ਕੋਆਪਰੇਸ਼ਨ ਬੰਦ ਹੋ ਜਾਊਗੀ, ਇੱਕ ਪੋਲੀਟੀਕਲ ਮੂਡ ਉਹਨਾਂ ਦੇ ਅਗੇਂਸਟ ਬਦਲ ਜਾਊਗਾ। ਬਿਹਾਰ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੈਗਾ ਬੀਜੇਪੀ ਲਈ। ਬੀਜੇਪੀ ਅਗਰ ਇਹ ਇਲੈਕਸ਼ਨ ਹਾਰਦੀ ਹੈਗੀ ਹੈ ਤੇ ਪਾਰਟੀ ਤੋਂ ਜ਼ਿਆਦਾ ਜਿਹੜਾ ਮੋਦੀ ਤੇ ਅਮਿਤ ਸ਼ਾਹ ਦਾ ਕੰਬਾਈਨ ਹੈ ਉਹਦੇ ਤੇ ਡਾਇਰੈਕਟ ਇੰਪੈਕਟ ਪਊਗਾ। ਜੇ ਗੱਲਬਾਤ ਦੂਜੀ ਰਾਜਨੀਤੀ ਦੀ ਕੀਤੀ ਜਾਵੇ ਕਿ ਕਾਫੀ ਜਿਹੜੇ ਪੁਰਸਕਾਰ ਦਿੱਤੇ ਜਾਂਦੇ ਨੇ, ਹਿਸਟੋਰੀਅਨਸ ਨੂੰ ਦਿੱਤੇ ਗਏ, ਅਕੈਡਮੀ ਨੂੰ ਦਿੱਤੇ ਗਏ, ਕਾਫੀ ਵਿਵਾਦ ਚੱਲ ਰਹੇ ਨੇ ਕਿ ਕਾਫੀ ਜਿਹੜੇ ਪੁਰਸਕਾਰ ਨੇ ਉਹ ਵਾਪਸ ਕੀਤੇ ਜਾ ਰਹੇ ਨੇ। ਤੇ ਹੁਣ ਬੀਜੇਪੀ ਦੇ ਐਲੀਗੇਸ਼ਨ ਨੇ ਕਿ ਇਹ ਇੱਕ ਜਿਹੜਾ ਏਮ ਤੇ ਏਜੰਡਾ ਇਜ਼ ਸਮਥਿੰਗ ਡਿਫਰੈਂਟ। ਜੇ ਇਸ ਦੇ ਪਿੱਛੇ ਕੋਈ ਏਮ ਤੇ ਏਜੰਡਾ ਹੈਗਾ ਤਾਂ ਕਿਸ ਤੇ ਉਂਗਲੀ ਉਠਾਈ ਜਾ ਸਕਦੀ ਆ? ਦੇਖੋ ਜੀ, ਇਹ ਬਾਰ-ਬਾਰ ਬੀਜੇਪੀ ਨੇ ਆਰੋਪ ਲਗਾਇਆ ਲੋਕਾਂ ਦਾ ਏਜੰਡਾ ਹੈਗਾ। ਤੁਸੀਂ ਬਾਕੀ ਸਟੇਟ ਦੀ ਗੱਲ ਛੱਡ ਲਓ, ਸਾਨੂੰ ਪੰਜਾਬ ਦਾ ਪਤਾ ਹੈਗਾ। ਸੁਰਜੀਤ ਪਾਤਰ, ਦਿਲੀਪ ਤਿਵਾਨਾ, ਦਿਲੀਪ ਕੌਰ ਤਿਵਾਨਾ, ਵਰਿਆਮ ਸੰਧੂ, ਇਹੋ ਜਿਹੇ ਲੋਕਾਂ ਤੇ ਇਹ ਆਰੋਪ ਲਾਣਾ ਕਿ ਇਹ ਕਾਂਗਰਸ ਪੱਖੀ ਸੀਗੇ ਜਾਂ ਕਿਸੇ ਆਈਡੀਓਲੋਜੀ ਨਾਲ ਬਾਉਂਡ ਸੀਗੇ, ਇਹਨਾਂ ਦਾ ਰਿਕਾਰਡ ਬੀਜੇਪੀ ਜਾਂ ਸੈਂਟਰ ਤੇ ਬੈਠੇ ਜਿਹੜੇ ਲੋਕ ਇਹ ਇਲਜ਼ਾਮ ਲਗਾ ਰਹੇ ਹੋ ਇਹਨਾਂ ਤੋਂ ਕਿਤੇ ਵਧੀਆ ਹੈਗਾ ਇਨ ਟਰਮਸ ਆਫ ਅਪੋਜ਼ਿੰਗ ਇੰਟੋਲਰੈਂਸ ਜਿਹੜਾ ਹੁੰਦਾ ਹੈ। ਤੇ ਇਹ ਤੇ ਦਿੱਲੀ 'ਚ ਬੈਠੇ ਬੈਠੇ ਇਹੋ ਜਿਹੇ ਇਲਜ਼ਾਮ ਲਗਾਣੇ ਸੌਖੇ ਹੈਗੇ ਪਰ ਇਹਨਾਂ ਦਾ ਕੋਈ ਬੁਨਿਆਦ ਨਹੀਂ ਹੈਗਾ। ਅੱਗੇ ਤੁਸੀਂ ਦੇਖੋ ਕਿ ਸਿਰਫ ਰਾਈਟਰਸ ਤੇ ਨਹੀਂ ਸੀਮਿਤ ਰਹਿ ਗਈ ਹੈਗੀ ਇਹ ਗੱਲ। ਪਿਛਲੇ 2 ਦਿਨਾਂ 'ਚ ਇੰਡੀਆ ਦੇ ਟੌਪ ਸਾਇੰਟਿਸਟ, ਮੈਥਮੈਟੀਸ਼ੀਅਨਸ, ਹੁਣ ਇਹ ਤੇ ਨਹੀਂ ਕਹਿ ਸਕਦੇ ਕਿ ਸਾਇੰਟਿਸਟ ਮੈਥਮੈਟੀਸ਼ੀਅਨਸ ਵੀ ਪੂਰੇ ਪੋਲੀਟਿਕਲੀ ਮੋਟੀਵੇਟਡ ਹੈਗੇ। ਇਹ ਇੰਡੀਆ ਦੇ ਫੋਰਮੋਸਟ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ, ਹਰਿਸ਼ਚੰਦਰਾ ਇੰਸਟੀਚਿਊਟ, IITs, ਇੰਡੀਅਨ ਇੰਸਟੀਚਿਊਟ ਆਫ ਸਾਇੰਸਸ, ਇੰਡੀਆ ਦੇ ਸਾਰੇ ਟੌਪ ਲੈਵਲ ਦੇ ਸਾਇੰਟਿਫਿਕ ਜਾਂ ਟੈਕਨੋਲੋਜੀਕਲ ਇੰਸਟੀਚਿਊਟਸ ਤੋਂ ਜਿਹੜੇ ਲੀਡਿੰਗ ਲਾਈਟਸ ਹੈਗੇ, ਰਿਪਰੈਜ਼ੈਂਟਡ ਹੈਗੇ, ਉਹਨਾਂ ਨੇ ਵੀ ਇਹ ਆਵਾਜ਼ ਉਠਾਈ ਹੈਗੀ ਹੈ। PM ਭਾਰਗਵ ਨੇ ਆਪਣਾ ਪਦਮ ਭੂਸ਼ਣ ਵਾਪਸ ਕੀਤਾ ਹੈਗਾ, ਮੋਲੀਕੂਲਰ ਬਾਇਓਲੋਜਿਸਟ ਹੈਗੇ। ਤੇ ਇਹਦੇ ਬਾਅਦ ਹੁਣ RSS ਜਾਂ BJP ਨੂੰ ਜਿਹੜੇ ਇਹ ਇਲਜ਼ਾਮ ਲਗਾਉਂਦੇ ਹੈਗੇ ਕਿ ਇਹ ਪੋਲੀਟਿਕਲੀ ਮੋਟੀਵੇਟਡ ਹੈ, ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ ਕੋਈ ਲੋਕ ਹੁਣ ਵਿਸ਼ਵਾਸ ਕਰ ਸਕਦੇ ਹੈ ਜਾਂ ਇਹਦਾ ਕੋਈ ਤੁਲ ਰਹਿ ਗਿਆ ਹੈ। ਜਿਵੇਂ ਤੁਸੀਂ ਦੱਸਿਆ ਕਿ ਪਰੰਪਰਾ ਸ਼ੁਰੂ ਹੋਈ ਸੀ ਲੇਖਕਾਂ ਤੋਂ, ਹੁਣ ਸਾਇੰਟਿਸਟ ਵੀ ਇਨਵੋਲਵ ਹੋ ਚੁੱਕੇ ਨੇ। ਇਸ ਦਾ ਅਸਰ ਜਿਹੜਾ ਕਿ ਜਿਵੇਂ ਗੌਰਮੈਂਟ ਤੇ ਐਲੀਗੇਸ਼ਨ ਹੈ, ਜਿਹੜੀ ਇੰਟੋਲਰੈਂਸ ਆ ਉਸ ਦੀ ਹੱਦ ਇੰਨੀ ਕੁ ਵੱਧ ਚੁੱਕੀ ਆ, ਇੰਨੀ ਸਥਿਤੀ ਨਾਜ਼ੁਕ ਹੋ ਚੁੱਕੀ ਆ ਕਿ ਲੋਕੀ ਉਸ ਨੂੰ ਐਮਰਜੈਂਸੀ ਦੇ ਨਾਲ ਕੰਪੇਅਰ ਕਰ ਰਹੇ ਨੇ। ਕੀ ਇਸ ਦਾ ਅਸਰ ਮੌਜੂਦਾ ਕੇਂਦਰ ਸਰਕਾਰ ਤੇ ਪਊਗਾ ਜਾਂ ਨਹੀਂ? ਜੀ, ਅਸਰ ਆਲਰੇਡੀ ਪੈ ਰਿਹਾ ਹੈਗਾ। ਮੋਦੀ ਨੂੰ ਵੀ ਰਿਐਕਟ ਕਰਨਾ ਪਿਆ ਬਾਰ-ਬਾਰ, ਹਰ ਰੋਜ਼ ਟੌਪ ਲੀਡਰਸ਼ਿਪ, ਅਰੁਣ ਜੇਟਲੀ ਨੇ ਵੀ ਰਿਐਕਟ ਕੀਤਾ ਹੈਗਾ। ਬਾਹਰੋਂ ਇਹ ਜੋ ਵੀ ਪੋਸਚਰ ਮੇਨਟੇਨ ਕਰਨ, ਇਸ ਗੱਲ ਨੂੰ ਸੀਰੀਅਸਲੀ ਨੋਟ ਲੈ ਰਹੇ ਹੈਗੇ। ਇਹਦਾ ਇੰਟਰਨੈਸ਼ਨਲ ਇੰਪੈਕਟ ਪੈ ਰਿਹਾ ਹੈਗਾ, ਇੰਟਰਨੈਸ਼ਨਲ ਮੀਡੀਆ 'ਚ, ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਪੈਨ ਦਾ ਇੰਟਰਨੈਸ਼ਨਲ ਚੈਪਟਰ ਲੈ ਲਓ, ਵੱਖਰੇ ਵੱਖਰੇ ਕੰਟਰੀਜ਼ ਦੀ ਟੌਪ ਲੀਡਰਸ਼ਿਪ, ਲਿਬਰਲ ਮੀਡੀਆ ਬਾਹਰ ਦੀ, ਇਹ ਸਾਰੀ ਚੀਜ਼ਾਂ ਦਾ ਇੰਪੈਕਟ ਸਿੱਧਾ ਪੈ ਰਿਹਾ ਹੈਗਾ। ਇਸ ਗਵਰਨਮੈਂਟ ਤੇ ਪ੍ਰੈਸ਼ਰ ਬਹੁਤ ਵੱਧ ਗਿਆ ਹੈਗਾ ਇਹਨੂੰ ਲੈ ਕੇ। ਪਰ ਸਵਾਲ ਇਹ ਹੈਗਾ ਕਿ ਗਵਰਨਮੈਂਟ ਜਿਹੜੇ ਤਬਕੇ ਇਹ ਸਾਰੀ ਚੀਜ਼ਾਂ ਕਰ ਰਹੀ ਹੈ, ਇਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੀ ਹੈ। ਇੱਥੇ ਸਵਾਲ ਉੱਠਦਾ ਹੈਗਾ ਮੋਦੀ ਤੇ BJP ਦੀ ਜਿਹੜੀ ਕੋਰ ਆਈਡੀਓਲੋਜੀ ਹੈਗੀ ਹੈ, ਕਿਉਂਕਿ ਕੋਈ ਵੀ ਸਰਕਾਰ ਅਗਰ ਸਿੰਸੀਅਰਲੀ ਐਕਟ ਕਰੇ ਤੇ ਇਹੋ ਜਿਹੇ ਤਬਕਿਆਂ ਨਾਲ ਐਕਸ਼ਨ ਹੁਣ ਤੱਕ ਹੋ ਜਾਣਾ ਚਾਹੀਦਾ ਸੀਗਾ। ਪਰ ਮੈਨੂੰ ਨਹੀਂ ਲੱਗਦਾ BJP ਜਾਂ ਮੋਦੀ ਇਸ ਕਾਬਿਲ ਹੈਗੇ ਕਿ ਆਪਣੇ ਲੋਕਾਂ 'ਚ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੈਗੇ, ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਹੈ, ਇਹਨਾਂ 'ਚ ਕੈਪੇਬਿਲਿਟੀ ਹੈਗੀ ਹੈ ਕਿ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਸਕਣ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੋਦੀ ਸਾਹਿਬ ਨੇ ਵਿਦੇਸ਼ੀ ਦੌਰੇ ਵੀ ਕਾਫੀ ਕੀਤੇ। ਹੁਣ ਸਾਊਥ ਅਫਰੀਕਾ ਦੇ ਵਿੱਚ ਸਮਿਟ ਦੀ ਗੱਲ ਕਰ ਰਹੇ ਨੇ, ਜਿਹੜੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਨੇ, ਬਿਲੀਅਨਸ ਆਫ ਪੀਪਲ ਕਹਿੰਦੇ ਇਨਵੋਲਵ ਨੇ ਤੇ ਇਫੈਕਟ ਹੋਣਗੇ ਇੰਡੀਆ ਤੇ ਸਾਊਥ ਅਫਰੀਕਾ ਦੇ ਰਿਲੇਸ਼ਨਸ ਦੇ ਨਾਲ।
ਜਿੰਨੀ ਉਹਨਾਂ ਦੀ ਇਮੇਜ ਡੋਮੈਸਟਿਕਲੀ ਖਰਾਬ ਹੋ ਰਹੀ ਆ ਕਿ ਇੰਟਰਨੈਸ਼ਨਲ ਇਮੇਜ ਉਸ ਨੂੰ ਬੈਲੈਂਸ ਕਰ ਪਾਊਗੀ ਜਾਂ ਨਹੀਂ? ਨਹੀਂ ਜੀ, ਦੇਖੋ ਹੁਣ ਜਿਸ ਤਰ੍ਹਾਂ ਹੀ ਬਿਹਾਰ ਇਲੈਕਸ਼ਨ ਖਤਮ ਹੁੰਦਾ ਹੈਗਾ ਹੈ, ਨਰਿੰਦਰ ਮੋਦੀ ਜਾ ਰਿਹਾ ਹੈ ਲੰਡਨ, ਉੱਥੇ ਤੁਸੀਂ ਵੈਂਬਲੀ ਸਟੂਡੀਓ 'ਚ ਗੁਜਰਾਤੀ ਡਾਇਸਪੋਰਾ ਦੇ 25-30 ਹਜ਼ਾਰ ਲੋਕ ਵੀ ਇਕੱਠੇ ਕਰ ਲਓ। ਇਹਦੇ ਨਾਲ ਬਾਕੀ ਜਿਹੜੀ ਇੰਗਲਿਸ਼ ਮੀਡੀਆ ਹੈਗੀ ਹੈ, ਬਾਕੀ ਜਿਹੜੇ ਚਾਹੇ ਅਖਬਾਰ ਲੈ ਲਓ, ਚਾਹੇ BBC ਲੈ ਲਓ, ਵੱਖ-ਵੱਖ ਜਿਹੜੇ ਆਰਗੇਨਾਈਜੇਸ਼ਨਸ ਹੈਗੀਆਂ, ਸਰਕਾਰ ਦੇ ਜਿਹੜੇ ਹੈਗੇ ਲੋਕ, ਉਹਨਾਂ ਨੂੰ ਤੇ ਅਸਰ ਨਹੀਂ ਪੈਣਾ ਹੈਗਾ ਨਾ। ਉਹਨਾਂ ਨੇ ਤੇ ਉਹੀ ਨੋਟ ਲੈਣਾ ਹੈਗਾ ਕਿ ਇੰਡੀਆ 'ਚ ਕੀ ਹੋ ਰਿਹਾ ਹੈਗਾ, ਕਿਸ ਤਰ੍ਹਾਂ ਦਾ ਉੱਥੇ ਮਾਹੌਲ ਹੈਗਾ ਹੈ। ਵੈਂਬਲੀ ਸਟੇਡੀਅਮ ਦੇ ਆਡੀਅנס ਨਾਲ ਉਹ ਇੰਟਰਨੈਸ਼ਨਲ ਰਿਐਕਸ਼ਨ ਨੂੰ ਨਹੀਂ ਬਦਲ ਸਕਦੇ, ਤੇ ਇੰਟਰਨੈਸ਼ਨਲ ਰਿਐਕਸ਼ਨ ਵੱਧਦੀ ਜਾ ਰਹੀ ਹੈਗੀ ਹੈ ਮੋਦੀ ਦੇ ਖਿਲਾਫ। ਜੇ ਮੋਦੀ ਸਾਹਿਬ ਦੇ ਡਿਸੀਜਨ ਲੈਣ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਮੈਂ ਬੈਕ ਪੰਜਾਬ ਵੱਲ ਹੀ ਲੈ ਕੇ ਜਾਣਾ ਚਾਹੂੰਗਾ ਕਿ ਉੱਥੇ ਕਈ ਗੱਲਾਂ ਇਹ ਵੀ ਸੁਰਖੀਆਂ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਕਈ ਲੋਕੀ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਪੰਜਾਬ ਦੀ ਹਾਲਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਉੱਥੇ ਕੇਂਦਰ ਸਰਕਾਰ ਨੂੰ ਕੋਈ ਸਟੈਪ ਲੈਣਾ ਚਾਹੀਦਾ। ਕਿਤੇ ਨਾ ਕਿਤੇ ਰਾਸ਼ਟਰਪਤੀ ਰਾਜ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਫਿਊਚਰ ਦੇ ਵਿੱਚ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਦੇ ਹਾਲਤ ਨਹੀਂ ਸੁਧਰਦੇ ਤਾਂ ਕੇਂਦਰ ਦੇ ਵਿੱਚ BJP ਗਵਰਨਮੈਂਟ ਕੋਈ ਡਿਸੀਜਨ ਲੈ ਸਕਦੀ ਆ। ਦੇਖੋ, ਇਹ ਪੋਸਿਬਿਲਿਟੀ ਜ਼ਰੂਰ ਉਠੇ ਨਾ ਉਠੇ, ਪਰ ਮੈਨੂੰ ਲੱਗਦਾ ਹੈਗਾ ਕਿ ਇਹ ਵਾਲੀ BJP ਸਰਕਾਰ ਅਗਰ ਇਹੋ ਜਿਹੀ ਸਟੈਪ ਕੰਸੀਡਰ ਕਰਦੀ ਹੈਗੀ ਹੈ ਤੇ ਇੱਕਦਮ ਨਿਰੀ ਬੇਵਕੂਫੀ ਹੋਏਗੀ। ਇਸ ਤੋਂ ਡੇਂਜਰਸ ਪੰਜਾਬ ਲਈ ਕੋਈ ਸਟੈਪ ਨਹੀਂ ਹੋ ਸਕਦਾ। ਸਿੱਧਾ ਜਿਹੜਾ ਰਿਲੀਜੀਅਸ ਤਬਕਾ ਹੈਗਾ ਡੈਮੋਨਸਟ੍ਰੇਸ਼ਨ ਦਾ, ਉਹਨੇ ਆਪਣੇ ਆਪ ਨੂੰ, ਇਹਦੇ 'ਚ ਕੋਈ ਸੱਚਾਈ ਹੋਏ ਨਾ ਹੋਏ, ਦਿੱਲੀ ਦੀ ਸਰਕਾਰ ਦੇ ਖਿਲਾਫ ਲੜਾਈ ਦੀ ਆਵਾਜ਼ ਉਠਾ ਕੇ, ਪੰਜਾਬ ਦੀ ਬਾਰ-ਬਾਰ ਜਿਹੜੀ ਹਿਸਟਰੀ ਹੈਗੀ ਹੈ, ਦਿੱਲੀ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ, ਦਿੱਲੀ ਸਰਕਾਰ ਨੇ ਸਾਡੇ ਨਾਲ ਇਹ ਕੀਤਾ ਹੈਗਾ ਹੈ, ਇੱਕ ਇਹ ਐਕਸਟ੍ਰੀਮ ਰੈਡੀਕਲ ਵੌਇਸਸ ਨੂੰ ਸਟਰੈਂਥਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੋਊਗਾ ਕਿ ਅਗਰ ਸੈਂਟਰਲ ਰੂਲ ਪੰਜਾਬ ਤੇ ਇੰਪੋਜ਼ ਹੋ ਜਾਂਦਾ ਹੈ। ਬਾਦਲ ਸਰਕਾਰ ਦੀ ਜਿੰਨੀ ਵੀ ਪ੍ਰੋਬਲਮਸ ਹੋਣ, ਉਹਨੂੰ ਟੈਕਲ ਇਲੈਕਟੋਰਲੀ ਹਰਾ ਕੇ ਕੀਤਾ ਜਾ ਸਕਦਾ ਹੈ। ਅਗਰ ਸੈਂਟਰਲ ਰੂਲ ਇੰਪੋਜ਼ ਹੋਇਆ ਤੇ ਇਹ ਪੰਜਾਬ ਲਈ ਬਹੁਤ ਹੀ ਡੇਂਜਰਸ ਸਟੈਪ ਹੋਊਗਾ। ਸੋ ਪੰਜਾਬੀਆਂ ਲਈ ਇਹ ਚੰਗੀ ਗੱਲ ਨਹੀਂ ਹੋਊਗੀ ਜੇ ਸੈਂਟਰ ਦੀ ਗੌਰਮੈਂਟ ਉੱਥੇ ਰਾਸ਼ਟਰਪਤੀ ਰਾਜ ਲਾਉਂਦੀ ਆ। ਕਿਤੇ ਨਾ ਕਿਤੇ ਜੋ ਮੌਜੂਦਾ ਗੌਰਮੈਂਟ ਆ ਉਸ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਉੱਤੇ ਚਾਦਰ ਜ਼ਰੂਰ ਪਾਈ ਜਾ ਸਕਦੀ ਆ। ਪਰ ਗੱਲਬਾਤ ਫਿਰ ਦਿੱਲੀ ਵੱਲ ਹੀ ਆਉਂਦੇ ਆ। ਦਿੱਲੀ ਦੇ ਵਿੱਚ ਪਿੱਛੇ ਜੇ ਕੇਰਲਾ ਹਾਊਸ 'ਤੇ ਇੱਕ ਬੀਫ ਦੇ ਰੈਸਟੋਰੈਂਟ ਵਿੱਚ ਹੋਣ ਦੇ ਲਈ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ, ਉਸ ਦਾ ਕਾਫੀ ਵਾਦ ਵਿਵਾਦ ਹੋਇਆ ਸੀ। ਉਸ ਬਾਰੇ ਕੀ ਦੱਸਣਾ ਚਾਹੋਗੇ? ਦੇਖੋ ਜੀ, ਇਹ ਪੁਰਾਣੀ ਸਭ ਨੂੰ ਪਤਾ ਹੈਗਾ, ਕੇਰਲਾ ਹਾਊਸ 'ਚ ਉੱਥੇ ਜਰਨਲਿਸਟ ਜਾਂਦੇ ਆ, ਪੋਲੀਟੀਸ਼ੀਅਨ ਜਾਂਦੇ ਹੈਗੇ ਆ, ਉੱਥੇ ਮੱਝਾਂ ਦਾ ਮੀਟ ਲੀਗਲੀ ਦਿੱਲੀ ਦੀ ਆਫੀਸ਼ੀਅਲ ਸਪਲਾਈ ਤੋਂ ਆਉਂਦਾ ਹੈਗਾ, ਉੱਥੇ ਵੇਚਿਆ ਜਾਂਦਾ ਹੈ, ਲੋਕ ਆ ਕੇ ਖਾਂਦੇ ਨੇ। ਕੋਈ ਇਹਨਾਂ ਦੇ BJP ਨਾਲ ਸੰਘ ਨਾਲ ਜੁੜੇ ਹੋਏ ਕੋਈ 2-4 ਛੋਟੇ-ਮੋਟੇ ਬੰਦੇ ਹੈਗੇ ਜਿਨ੍ਹਾਂ ਨੂੰ ਅਟੈਂਸ਼ਨ ਚਾਹੀਦੀ ਹੈਗੀ ਹੈ, ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ। ਪਰ ਇਹ ਪੁਲਿਸ ਦੀ ਅਜੀਬ ਰਿਐਕਸ਼ਨ ਸੀਗੀ ਕਿ ਇੱਕ ਪੂਰਾ ਫੋਰਸ ਜਾ ਕੇ ਉੱਥੇ ਸਰਚ ਪਾਰਟੀ, ਕੋਸ਼ਿਸ਼ ਇਹ ਕੀਤੀ ਗਈ ਕਿ ਕੇਰਲਾ ਭਵਨ ਜਾ ਕੇ ਪੁੱਛਿਆ ਜਾਏ ਇਹ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈਗਾ। ਪਰ ਮੈਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਅਸੀਂ ਕਿਹਾ ਕਿ ਜਿਹੜੀ ਰਿਐਕਸ਼ਨ ਰਾਈਟਰ, ਸਾਇੰਟਿਸਟ, ਲੋਕਾਂ ਦੀ ਹੋਈ ਹੈਗੀ ਹੈ, ਇਨਸੀਡੈਂਟ ਦੀ ਹੋਈ ਹੈ, ਮੀਡੀਆ ਦੀ ਹੋਈ ਹੈ, ਉਹਦਾ ਬੈਕਲੈਸ਼ ਇੰਨਾ ਹੋਇਆ ਹੈਗਾ ਕਿ ਪੁਲਿਸ ਦਾ ਐਕਸ਼ਨ ਵੀ ਸਰਕਾਰ ਨੇ ਇੰਟਰਨਲੀ ਕ੍ਰਿਟਿਸਾਈਜ਼ ਕੀਤਾ ਹੈਗਾ। ਪੁੱਛਿਆ ਗਿਆ ਹੈ ਪੁਲਿਸ ਤੋਂ ਕਿ ਤੁਸੀਂ ਕਿਸ ਤਰ੍ਹਾਂ ਐਕਟ ਕੀਤਾ ਹੈਗਾ। ਜਿਹੜੇ ਬੰਦੇ ਨੇ ਫੋਨ ਕਰਕੇ ਅਲਾਰਮ ਉਠਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਕਿ ਇੱਕ ਦਿਨ ਬਾਅਦ ਕੇਰਲਾ ਭਵਨ 'ਚ ਫਿਰ ਮੱਝ ਦਾ ਮੀਟ ਅਵੇਲੇਬਲ ਹੈਗਾ, ਲੋਕ ਜਾ ਕੇ ਖਾ ਰਹੇ ਹੈਗੇ। ਇਹ ਸਾਈਨ ਹੈਗਾ ਕਿ BJP ਪ੍ਰੈਸ਼ਰ ਦੇ ਅੰਡਰ ਆ ਗਈ ਹੈਗੀ ਹੈ ਤੇ ਇਸ ਦੇਸ਼ ਦੀ ਕਾਫੀ ਹੱਦ ਤੱਕ ਜਿਹੜੀ ਜਨਤਾ ਦੀ ਕਾਮਨ ਸੈਂਸ ਹੈਗੀ ਹੈ ਉਹ ਪੂਰੀ ਮੁੱਕੀ ਨਹੀਂ ਹੈਗੀ ਹੈ BJP ਦੇ ਕਹਿਣ ਤੇ। ਜੇ ਗੱਲ ਉਹਨਾਂ ਦੇ ਆਪਣਿਆਂ ਦੀ ਹੀ ਕੀਤੀ ਜਾਵੇ ਤਾਂ ਹਾਰਦਿਕ ਪਟੇਲ ਨੇ ਵੀ ਗੁਜਰਾਤ ਦੇ ਵਿੱਚ ਕਾਫੀ ਅੰਦੋਲਨ ਸ਼ੁਰੂ ਕੀਤਾ ਸੀ। ਅੱਜ ਕਿਹੜੀ ਸਥਿਤੀ ਦੇ ਵਿੱਚ ਉਹ ਅੰਦੋਲਨ ਆ? ਇਜ਼ ਹਾਰਦਿਕ ਪਟੇਲ ਇਜ਼ ਇੰਪੋਰਟੈਂਟ ਐਨੀਮੋਰ ਔਰ ਨਾਟ? ਦੇਖੋ ਜੀ, ਇਹ ਤੇ ਕੁਝ ਅੱਗੇ ਜਾ ਕੇ ਚੱਲੂਗਾ। ਜਿਹੜਾ ਮੈਨੂੰ ਲੱਗਦਾ ਹੈ ਪਟੇਲ ਰਿਜ਼ਰਵੇਸ਼ਨ ਦਾ ਮੁੱਦਾ ਹੈਗਾ, ਇੰਨਾ ਛੇਤੀ ਹੀ ਨਹੀਂ ਮੁੱਕਦਾ ਹੈਗਾ। ਪਟੇਲ ਨੇ ਹਮੇਸ਼ਾ ਗੁਜਰਾਤ ਦੀ ਪੋਲਿਟਿਕਸ ਡੋਮੀਨੇਟ ਕੀਤੀ ਹੈਗੀ ਹੈ। ਮੋਦੀ ਨੇ ਉਹਨਾਂ ਦਾ ਹੋਲਡ ਅੰਡਰਕਟ ਕਰ ਲਿਆ ਸੀਗਾ। ਕੁਝ ਦੇਰ ਤੱਕ ਲੋਕਾਂ ਨੂੰ ਇਹ ਵਹਿਮ ਹੋ ਗਿਆ ਸੀਗਾ ਕਿ ਗੁਜਰਾਤ ਪੋਲਿਟਿਕਸ ਕਾਸਟ ਇੰਪੋਰਟੈਂਟ ਨਹੀਂ ਹੈਗੀ ਹੈ, ਪਰ ਇੰਡੀਅਨ ਪੋਲਿਟਿਕਸ ਕਿਤੇ ਵੀ ਇਹ ਵਿਸ਼ਵਾਸ ਰੱਖਣਾ ਕਿ ਕਾਸਟ ਦੀ ਇੰਪੋਰਟੈਂਸ ਨਹੀਂ ਰਹਿ ਗਈ ਹੈਗੀ, ਇਹ ਇੰਪੋਸਿਬਿਲਿਟੀ ਹੈਗਾ। ਹਾਰਦਿਕ ਪਟੇਲ ਨੂੰ ਇੰਡੀਵਿਜੂਅਲੀ
ਟਾਰਗੇਟ ਕਰਕੇ ਉਹਦੇ ਉੱਤੇ ਕੇਸਿਸ ਲਾ ਕੇ ਉਹਨੂੰ ਐਂਟੀ ਨੈਸ਼ਨਲ ਡਿਕਲੇਅਰ ਕਰਕੇ ਹੋ ਸਕਦਾ ਹੈ ਉਹਦੀ ਕ੍ਰੈਡੀਬਿਲਿਟੀ ਡਿਕਰੀਜ਼ ਹੋ ਜਾਏ, ਪਰ ਜਿਹੜਾ ਪਟੇਲ ਦਾ ਡਿਮਾਂਡ ਹੈਗਾ ਉਹ ਇੰਨੀ ਛੇਤੀ ਕੰਟੇਨ ਨਹੀਂ ਹੋ ਸਕਦਾ ਹੈਗਾ, ਤੇ ਇਹਦੇ ਅੱਗੇ ਜਾ ਕੇ ਇਲੈਕਟੋਰਲ ਇੰਪੈਕਟ ਜ਼ਰੂਰ ਰਹਿਣਗੇ। ਜੇ ਗੱਲਬਾਤ ਜਿਵੇਂ ਐਨਡੀਏ ਗੌਰਮੈਂਟ ਦੀ ਕੀਤੀ ਜਾਵੇ, 2-3 ਹੀ ਭਾਈਵਾਲ ਨੇ, ਜਿਵੇਂ ਅਕਾਲੀ ਦਲ ਦੀ ਗੱਲ ਤਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਪਰ ਦੂਜੇ ਭਾਈਵਾਲ ਸ਼ਿਵ ਸੈਨਾ ਨਾਲ ਵੀ ਸੰਬੰਧ ਕਾਫੀ ਸੁਖਾਵੇਂ ਨਹੀਂ ਰਹੇ। ਅੱਜ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਸੰਬੰਧ ਸ਼ਿਵ ਸੈਨਾ ਦੇ ਭਾਜਪਾ ਦੇ ਨਾਲ ਕਿਹੋ ਜਿਹੇ ਸੰਬੰਧ ਨੇ? ਦੇਖੋ, ਜਿੱਥੇ ਸ਼ਿਵ ਸੈਨਾ ਦੇ ਨਾਲ ਗੱਲ ਹੈਗੀ ਏ, ਇਹ ਆਪਸ ਲੜਨ, ਆਪਸ 'ਚ ਜਿੰਨਾ ਮਰਜ਼ੀ ਸ਼ੋਰ ਕਰਨ, ਇਹ ਅਲਾਇੰਸ ਦੀ ਮਜਬੂਰੀ ਹੈਗੀ ਏ। ਲੜਨ ਦੇ ਬਾਅਦ ਵੀ ਫਡਨਿਸ ਨੇ, ਜਿਹੜਾ ਮਹਾਰਾਸ਼ਟਰ ਦਾ ਬੀਜੇਪੀ ਚੀਫ ਮਿਨਿਸਟਰ ਨੇ, ਸਾਫ਼ ਕਰਤਾ ਹੈਗਾ ਇਹ ਅਲਾਇੰਸ ਪੂਰੇ ਟਰਮ ਤੱਕ ਚੱਲੂਗੀ। ਸ਼ਿਵ ਸੈਨਾ ਨੇ ਅੰਦਰ ਰਹਿ ਕੇ ਰੌਲਾ ਪਾਣਾ ਹੈਗਾ, ਬਾਰਗੇਨਿੰਗ ਪਾਵਰ ਵਧਾਣੀ ਹੈਗੀ ਹੈ, ਪਰ ਮੈਨੂੰ ਨਹੀਂ ਲੱਗਦਾ ਇਹ ਅਲਾਇੰਸ ਕਦੇ ਵੀ ਸੀਰੀਅਸਲੀ ਥ੍ਰੈਟਨ ਹੋਊਗਾ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹੁਣ ਇਲੈਕਸ਼ਨਸ ਦੀ, ਉਸ ਤੋਂ ਬਾਅਦ ਤਾਮਿਲਨਾਡੂ ਤੇ ਵੈਸਟ ਬੰਗਾਲ ਦੇ ਇਲੈਕਸ਼ਨ ਹੋਣੇ ਨੇ, ਕੀ ਬੀਜੇਪੀ ਕਿਸੇ ਪਾਰਟੀ ਨੂੰ, ਜਿਵੇਂ ਮਮਤਾ ਬਨਰਜੀ ਨੂੰ ਜਾਂ ਤਾਮਿਲਨਾਡੂ ਦੇ ਵਿੱਚ ਜੈਲਲਿਤਾ ਨਾਲ, ਕੋਈ ਭਾਈਵਾਲੀ ਕਰ ਸਕਦੇ ਨੇ ਜਾਂ ਨਹੀਂ? ਸਵਾਲ ਮੈਨੂੰ ਕਲੀਅਰਲੀ ਸਮਝਿਆ ਨਹੀਂ। ਤੁਸੀਂ ਕਹਿ ਰਹੇ ਹੋ ਬੀਜੇਪੀ ਹੋਰ ਅਲਾਇੰਸਸ ਵੀ ਲੱਗ ਦੇਖੋ, ਸਕਦਾ ਹੈ? ਹਾਂਜੀ, ਅਲਾਇੰਸਸ ਪਾਰਟਨਰ, ਰੀਜਨਲ ਅਲਾਇੰਸਸ ਅੱਗੇ ਉਹਨਾਂ ਨੂੰ ਉਤਸ਼ਾਹਿਤ ਕਰਨਗੇ ਜਾਂ ਨਹੀਂ? ਦੇਖੋ, ਪ੍ਰੋਬਲਮ ਬੀਜੇਪੀ ਲਈ ਇਹ ਆ ਰਹੀ ਹੈਗੀ ਕਿ ਅਗਰ ਉਹ ਬਿਹਾਰ ਦਾ ਇਲੈਕਸ਼ਨ ਹਾਰਦੇ ਨੇ ਤੇ ਰੀਜਨਲ ਪਾਰਟੀਆਂ ਲਈ ਜਿਸ ਤਰ੍ਹਾਂ ਨਿਤੀਸ਼ ਤੇ ਲਾਲੂ ਦਾ ਪੈਟਰਨ ਰਹੇਗਾ, ਉਹ ਡਿਫਾਲਟ ਪੈਟਰਨ ਬਣ ਜਾਊਗਾ। ਇਸ ਇਲੈਕਸ਼ਨ ਦੇ ਬਾਅਦ ਪ੍ਰੋਬਲਮ ਬੀਜੇਪੀ ਲਈ ਇਹ ਹੋਈ ਹੈਗੀ ਹੈ ਕਿ ਉਹ ਹੁਣ ਨੈਚੁਰਲ ਨੰਬਰ 1 ਪਾਰਟੀ ਹੋ ਗਈ ਹੈ, ਕਾਂਗਰਸ ਸ਼ਰਿੰਕ ਹੋ ਗਈ ਹੈਗੀ। ਇਹਦਾ ਮਤਲਬ ਹਰੇਕ ਰੀਜਨਲ ਪਾਰਟੀ ਦੀ ਲੜਾਈ ਹੁਣ ਬੀਜੇਪੀ ਦੇ ਨਾਲ ਹੈਗੀ ਹੈ, ਕਾਂਗਰਸ ਦੇ ਨਾਲ ਨਹੀਂ ਹੈਗੀ ਹੈ। ਇਸ ਕਰਕੇ ਜਿਹੜਾ ਇੱਕ ਟਾਈਮ ਤੇ ਐਂਟੀ ਕਾਂਗਰਸ ਅਲਾਇੰਸ ਫਾਰਮ ਹੁੰਦਾ ਸੀਗਾ, ਰੀਜਨਲ ਅਲਾਇੰਸ, ਉਹ ਅੱਜ ਨੈਚੁਰਲੀ ਇੱਕ ਐਂਟੀ ਬੀਜੇਪੀ ਅਲਾਇੰਸ ਦੇ ਵੱਲ ਜਾ ਰਿਹਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਬੀਜੇਪੀ ਨੂੰ ਅੱਗੇ ਬੜੀ ਦਿੱਕਤਾਂ ਆਉਣਗੀਆਂ ਅਲਾਇੰਸਸ ਨੂੰ ਲੈ ਕੇ। ਇੱਕ ਇਲੈਕਸ਼ਨ ਆ ਰਿਹਾ ਅਸਾਮ ਦਾ, ਅਸਾਮ 'ਚ ਕਾਫੀ ਹੱਦ ਤੱਕ ਕਮਿਊਨਲਾਈਜੇਸ਼ਨ ਦੇ ਕਾਰਨ ਬੀਜੇਪੀ ਨੂੰ ਕੁਝ ਫਾਇਦਾ ਹੋ ਸਕਦਾ ਹੈ। ਬੰਗਾਲ 'ਚ ਬੀਜੇਪੀ ਕਾਫੀ ਪਿੱਛੇ ਚੱਲ ਰਹੀ ਹੈ, ਮਮਤਾ ਅੱਗੇ ਹੈਗੀ ਹੈ। ਮਮਤਾ ਨੇ ਵੀ ਨਿਤੀਸ਼ ਨਾਲ ਆਲਰੇਡੀ ਕਾਮਨ ਕਾਜ਼ ਬਣਾਇਆ ਹੋਇਆ ਹੈਗਾ। ਉੱਤਰ ਪ੍ਰਦੇਸ਼ 'ਚ ਹੁਣ ਕੀ ਰੂਪ ਲਊਗਾ, ਕਿੰਨਾ ਕਮਿਊਨਲਾਈਜੇਸ਼ਨ ਹੋਊਗਾ, ਇਹ ਇੰਪੋਰਟੈਂਟ ਸਵਾਲ ਹੈ। ਪੰਜਾਬ ਦਾ ਵੀ ਇਲੈਕਸ਼ਨ ਹੈਗਾ ਹੈ, ਜਿੱਥੇ ਅਲਾਇੰਸ ਇੱਕ ਮਜਬੂਰੀ ਦਾ ਅਲਾਇੰਸ ਹੋਊਗਾ। ਪਰ ਮੈਨੂੰ ਲੱਗਦਾ ਹੈ ਕਿ ਬਿਹਾਰ ਦੇ ਬਾਅਦ ਬੀਜੇਪੀ ਦੀ ਦਿੱਕਤਾਂ, ਚਾਹੇ ਅਲਾਇੰਸ ਹੋਏ, ਚਾਹੇ ਗਵਰਨਮੈਂਟ ਹੋਏ, ਚਾਹੇ ਮੋਦੀ ਦੀ ਆਪਣੀ ਸਟੇਚਰ ਹੋਏ, ਸਾਰੀ ਦਿੱਕਤਾਂ ਵਧਣਗੀਆਂ। ਜੇ ਗੱਲ ਯੂਪੀ ਦੀ ਕੀਤੀ ਜਾਵੇ ਤਾਂ ਅਖਿਲੇਸ਼ ਯਾਦਵ ਨੇ ਅੱਜ ਕਾਫੀ ਮੰਤਰੀਆਂ ਦੀ ਛੁੱਟੀ ਕੀਤੀ ਆ, ਫੇਰਬਦਲ ਕਰਨ ਦੀ ਕੋਸ਼ਿਸ਼ ਕੀਤੀ ਆ। ਕੀ ਉਹ ਵੀ ਆਉਣ ਵਾਲੇ ਇਲੈਕਸ਼ਨ ਦੇ ਲਈ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਰਹੇ ਨੇ? ਕਿੱਥੇ ਜੀ? ਯੂਪੀ ਦੇ ਵਿੱਚ ਅਖਿਲੇਸ਼ ਯਾਦਵ ਨੇ ਅੱਜ ਕੁਝ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਵੀ ਕੀਤਾ, ਕਈ ਮੰਤਰੀਆਂ ਦੀ ਛੁੱਟੀ ਵੀ ਕੀਤੀ ਆ। ਐਬਸੋਲੂਟਲੀ। ਯੂਪੀ 'ਚ ਆਲਰੇਡੀ ਲੋਕ ਸਭਾ ਦੇ ਬਾਅਦ ਹੀ ਯੂਪੀ ਆਲਰੇਡੀ ਇਲੈਕਸ਼ਨ ਮੋਡ ਤੇ ਚਲਾ ਗਿਆ ਹੈ ਜੀ। ਸਿਰਫ ਸਮਾਜਵਾਦੀ ਪਾਰਟੀ ਨਹੀਂ, ਮਾਇਆਵਤੀ ਵੀ ਬੜੇ ਚਿਰ ਬਾਅਦ, 2-3 ਸਾਲਾਂ ਦੇ ਬਾਅਦ ਲੋਕ ਸਭਾ ਇਲੈਕਸ਼ਨ 'ਚ ਵੀ ਮਾਇਆਵਤੀ ਕਾਫੀ ਸ਼ਾਂਤ ਸੀਗੀ। ਹੁਣ ਸਾਹਮਣੇ ਆ ਕੇ ਇਨਸੀਡੈਂਟਸ ਦੇ ਬਾਰੇ ਰਿਐਕਸ਼ਨ ਦੇ ਰਹੀ ਹੈਗੀ ਹੈ। ਮੁਲਾਇਮ ਨੇ ਆਪਣੀ ਕੈਂਪੇਨ, ਅਖਿਲੇਸ਼ ਮੁਲਾਇਮ ਨੇ ਸ਼ੁਰੂ ਕੀਤੀ ਹੋਈ ਹੈਗੀ ਹੈ। ਬੀਜੇਪੀ ਐਕਟਿਵ ਹੋ ਗਿਆ। ਇਹ ਜਿਹੜੀ ਹਾਦਸੇ ਜਾਂ ਇਨਸੀਡੈਂਟ ਕਮਿਊਨਲ ਜਿਹੜੇ ਹੋ ਰਹੇ ਹੈਗੇ, ਇਹਨਾਂ ਦਾ ਐਸੋਸੀਏਸ਼ਨ ਆਰਐਸਐਸ ਜਾਂ ਸੰਘ ਨਾਲ ਇਹ ਵੀ ਕਲੀਅਰ ਇਲੈਕਸ਼ਨ ਦਾ ਇੰਡੀਕੇਸ਼ਨ ਹੈਗਾ। ਤੇ ਬਿਹਾਰ ਦੇ ਬਾਅਦ ਆਈ ਥਿੰਕ ਆਲਮੋਸਟ ਇਮੀਡੀਏਟਲੀ ਤੁਸੀਂ ਦੇਖਣਾ ਸ਼ੁਰੂ ਕਰੋਗੇ ਕਿ ਯੂਪੀ ਇੰਨਾ ਵੱਡਾ ਜਿਹੜਾ ਇਲੈਕਸ਼ਨ ਹੈਗਾ, ਉਹਦੇ 'ਚ ਪੂਰੀ ਤਰ੍ਹਾਂ ਸਾਰੀ ਪਾਰਟੀਆਂ ਇਨਵੋਲਵ ਹੋ ਜਾਣਗੀਆਂ। ਜੇ ਇਸ ਰਾਜਨੀਤਿਕ ਮਾਹੌਲ ਨੂੰ ਪਿੱਛੇ ਗੱਲ ਕੀਤੀ ਜਾਵੇ, ਜਿਹੜੀ ਛੋਟੇ ਰਾਜਨ ਦੀ ਗ੍ਰਿਫਤਾਰੀ ਨੂੰ ਕਰਕੇ ਲੈ ਕੇ ਵੀ ਕਾਫੀ ਕਿੰਤੂ ਪ੍ਰੰਤੂ ਹੋਏ ਨੇ, ਇਸ ਵੇਲੇ ਸਥਿਤੀ ਕੀ ਆ ਕਿ ਛੋਟੇ ਰਾਜਨ ਨੂੰ ਕਾਂਗਰਸ ਪਾਰਟੀ ਤੇ ਬਲੇਮ ਕੀਤਾ ਜਾਂਦਾ ਕਿ ਉਹਨਾਂ ਨੇ ਵੀ ਰੋਲ ਅਦਾ ਕੀਤਾ ਸੀ, ਭਾਜਪਾ ਨੇ ਵੀ ਰੋਲ ਅਦਾ ਕੀਤਾ। ਅੱਜ ਦੀ ਜਰਨਲਿਜ਼ਮ ਦੀ ਸਿਚੁਏਸ਼ਨ ਕੀ ਆ ਕਿ ਛੋਟਾ ਰਾਜਨ ਨੇ ਸਰੈਂਡਰ ਕੀਤਾ ਜਾਂ ਕਿਤੇ ਨਾ ਕਿਤੇ ਮੌਕੇ ਦੀ ਸਥਿਤੀ ਲਈ ਹਿੰਦੁਸਤਾਨ ਵਾਪਸ ਲਿਆਉਣ ਦੇ ਵਿੱਚ ਸਰਕਾਰ ਨੇ ਹੀ ਉਸ ਦੀ ਮਦਦ ਕੀਤੀ ਆ? ਜੀ ਥੋੜੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈਗੀ ਹੈ। ਸਵਾਲ ਤੁਹਾਡਾ ਹੈਗਾ ਹੈ ਜਿਹੜੇ ਸਟੇਟ ਦੀ ਡਿਵੀਜ਼ਨ ਹੋਈ ਹੈ ਉਹਨਾਂ ਨੂੰ ਲੈ ਕੇ ਹੈਗਾ? ਨਹੀਂ, ਛੋਟੇ ਰਾਜਨ ਦੀ ਗ੍ਰਿਫਤਾਰੀ ਬਾਰੇ ਸੀਗਾ ਮੇਰਾ ਸਵਾਲ। ਛੋਟੇ ਰਾਜਾਂ ਦੀ? ਹਾਂਜੀ, ਛੋਟੇ ਰਾਜਨ ਦੀ ਗ੍ਰਿਫਤਾਰੀ ਬਾਰੇ ਜਿਹੜੇ ਕਿੰਤੂ ਪ੍ਰੰਤੂ ਹੋ ਰਹੇ ਨੇ, ਉਸ ਬਾਰੇ ਤੁਹਾਡੇ ਕੀ ਵਿਊ ਨੇ? ਛੋਟੇ ਰਾਜਨ ਤੇ ਗੱਲ ਕਲੀਅਰ ਨਹੀਂ ਆਈ ਸੀ ਕਿ ਦੇਖੋ,
ਇਹ ਜਿਹੜਾ ਵੀ ਕਲੇਮ ਕਰ ਰਹੇ ਹੈਗੇ, ਇਸ ਸਰਕਾਰ ਦਾ ਟਾਰਗੇਟ ਦਾਊਦ ਇਬਰਾਹਿਮ ਸੀਗਾ। ਦਾਊਦ ਇਬਰਾਹਿਮ ਦਾ ਮੇਨ ਅਪੋਨੈਂਟ ਹੁਣ ਤੱਕ ਛੋਟਾ ਰਾਜਨ ਰਿਹਾ ਹੈਗਾ। ਛੋਟੇ ਰਾਜਨ ਦੀ ਕਲੋਜ਼ਨੈਸ ਅਜੀਤ ਡੋਵਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇਹ ਕਿਸੇ ਤੋਂ ਨਹੀਂ ਛੁਪੀ ਹੋਈ ਹੈਗੀ। ਇਨਫੈਕਟ ਕੁਝ ਸਾਲਾਂ ਪਹਿਲਾਂ 2002-4 ਦੀ ਗੱਲ ਹੈਗੀ ਹੈ ਕਿ ਛੋਟਾ ਰਾਜਨ ਦਾ ਰਾਈਟ ਹੈਂਡ ਮੈਨ ਵਿੱਕੀ ਮਲਹੋਤਰਾ, ਜੋ ਛੋਟੇ ਰਾਜਨ ਗੈਂਗ ਨੂੰ ਹੁਣ ਇਨਹੈਰਿਟ ਕਰੂਗਾ ਤੇ ਉਹਦੇ ਬਾਅਦ ਉਹਨੂੰ ਕੰਟਰੋਲ ਕਰੂਗਾ, ਉਹ ਡੋਵਲ ਨਾਲ ਬੰਬਈ 'ਚ ਪਕੜਿਆ ਗਿਆ ਸੀਗਾ ਜਦੋਂ ਡੋਵਲ ਨਾਲ ਮਿਲ ਕੇ ਵਿੱਕੀ ਮਲਹੋਤਰਾ ਦਾਊਦ ਤੇ ਅਟੈਕ ਪਲਾਨ ਕਰ ਰਿਹਾ ਸੀਗਾ। ਤੇ ਅਗਰ ਅੱਜ ਛੋਟੇ ਰਾਜਨ ਨੂੰ ਇਹ ਅਰੈਸਟ ਕਲੇਮ ਕਰ ਰਹੇ ਹੈਗੇ ਤੇ ਇਹਦਾ ਕੋਈ ਬੁਨਿਆਦ ਨਹੀਂ ਹੈਗਾ। ਛੋਟੇ ਰਾਜਨ ਦੀ ਇੰਡੀਅਨ ਇੰਟੈਲੀਜੈਂਸ ਤੇ ਐਸਟੈਬਲਿਸ਼ਮੈਂਟ ਨਾਲ ਬੜੀ ਨੇੜਤਾ ਸੀਗੀ। ਅਗਰ ਅੱਜ ਕਿਸੇ ਵੀ ਕਾਰਨ ਇਹਨੂੰ ਅਰੈਸਟ ਦਿਖਾਇਆ ਜਾ ਰਿਹਾ ਹੈਗਾ ਤੇ ਇਹਦੇ 'ਚ ਕੋਈ ਨਾ ਕੋਈ ਅੰਡਰਸਟੈਂਡਿੰਗ ਹੈਗੀ ਹੈ, ਕੋਈ ਲੋੜ ਪਈ ਹੈਗੀ ਹੈ, ਚਾਹੇ ਥ੍ਰੈਟਸ ਛੋਟੇ ਰਾਜਨ ਨੂੰ ਇੰਨਾ ਵੱਧ ਗਈ ਹੈਗੀ ਹੈ ਕਿ ਇੱਥੇ ਲਾ ਕੇ ਜੇਲ੍ਹ 'ਚ ਰੱਖ ਕੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ, ਜਾਂ ਉਹਨੂੰ ਮੈਡੀਕਲ ਏਡ ਦੀ ਜ਼ਰੂਰਤ ਹੈਗੀ ਹੈ। ਪਰ ਇਹ ਕਿਸੇ ਤੌਰ ਤੇ ਇੰਡੀਅਨ ਸਿਕਿਉਰਿਟੀ ਏਜੰਸੀ ਦੀ ਕੋਈ ਕਾਮਯਾਬੀ ਨਹੀਂ ਹੈਗੀ ਹੈ, ਨਾ ਹੀ ਇਹ ਕੋਈ ਅਰੈਸਟ ਹੈਗਾ ਹੈ। ਛੋਟਾ ਰਾਜਨ ਤੇ ਇੱਕ ਤਰ੍ਹਾਂ ਇੰਡੀਅਨ ਸਿਕਿਉਰਿਟੀ ਏਜੰਸੀਜ਼ ਦਾ ਐਕਸਟੈਂਸ਼ਨ ਸੀਗਾ। ਮਲ ਸਾਹਿਬ, ਤੁਸੀਂ ਅੱਜ ਸਾਡੇ ਨਾਲ ਦਿੱਲੀ ਤੋਂ ਜੁੜੇ ਬਹੁਤ ਜਾਣਕਾਰੀ, ਵਧੀਆ ਜਾਣਕਾਰੀ ਵਟ ਨਿਊਜ਼ ਤੇ ਦਿੱਤੀ। ਅਖੀਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ ਮੌਜੂਦਾ ਸਥਿਤੀ ਜੋ ਹਿੰਦੁਸਤਾਨ ਦੀ ਬਣੀ ਹੋਈ ਆ? ਜੀ ਮੈਂ ਤੇ ਇਹ ਕਹਿਣਾ ਚਾਹੂੰਗਾ ਕਿ ਬਹੁਤ ਹੀ ਕ੍ਰੂਸ਼ਲ ਜੰਕਚਰ ਹੈਗਾ ਜੀ। ਪੰਜਾਬ ਤੁਸੀਂ ਦੇਖ ਲਓ, ਬਿਹਾਰ ਦੇਖ ਲਓ, ਜਿਹੜੀ ਚੀਜ਼ਾਂ ਦਿੱਲੀ ਦੇ ਇਰਦ ਗਿਰਦ ਹੋ ਰਹੀਆਂ, ਕਮਿਊਨਲਿਜ਼ਮ ਦੀ ਗੱਲ ਕਰ ਲਓ, ਰਿਲੀਜੀਅਸ ਫੈਨੈਟਿਸਿਜ਼ਮ ਦੀ ਗੱਲ ਕਰ ਲਓ, ਮੈਨੂੰ ਲੱਗਦਾ ਹੈਗਾ ਇੱਕ ਵਾਰੀ ਫੇਰ ਇੰਡੀਆ ਦਾ ਜਿਹੜਾ ਬੇਸਿਕ ਆਈਡੀਆ ਹੈਗਾ ਹੈ ਇੱਕ ਟੋਲਰੈਂਸ ਦਾ, ਪਲੂਰੈਲਿਟੀ ਦਾ, ਉਹ ਚੈਲੰਜ ਹੋ ਰਿਹਾ ਹੈਗਾ। ਤੇ ਅਗਲੇ 6-8 ਮਹੀਨੇ, ਸਾਲ 2 ਸਾਲ ਬੜੇ ਕ੍ਰੂਸ਼ਲ ਰਹਿਣਗੇ ਕਿ ਇਹ ਕਿਸ ਤਰ੍ਹਾਂ ਦਾ ਦੇਸ਼ ਜਾਂ ਰਿਪਬਲਿਕ ਅੱਗੇ ਉਭਰ ਕੇ ਰਹੂਗਾ ਤੇ ਇਹਦੀ ਕੀ ਫਿਊਚਰ ਲਈ ਟੈਂਡੈਂਸੀ ਰਹੂਗੀ। ਮਲ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਬਹੁਤ ਹੀ ਵਧੀਆ ਲੱਗਿਆ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ।